ਮੁਠੜੇ ਸਈ ਸਾਥ ਜਿਨੀ ਸਚ ਨਾ ਲਦਿਆ, ਨਾਨਕ ਸੇ ਸਾਬਾਸ ਜਿਨੀ ਗੁਰ ਮਿਲ ਇੱਕ ਪਛਾਣਿਆ। ਜਿੱਥੈ ਬੈਸਨ ਸਾਧ ਜਨ ਸੋ ਥਾਨ ਸੁਖੰਦਾ, ਓਏ ਸੇਵਨ ਸਮਰਥ ਆਪਣਾ ਬਿਨ ਸੈ ਸਭ ਮੰਦਾ। ਪਤ ਤੇ ਉਧਾਰਨ ਪਾਰ ਬ੍ਰਹਮ ਸੰਤ ਵੇਦ ਕਹੰਦਾ, ਭਗਤ ਵਛਲ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ। ਨਾਨਕ ਜਾਚੈ ਏਕ ਨਾਮ ਮਨ ਤਨ ਭਾਵੰਦਾ, ਨਾਨਕ ਜਾਚੈ ਏਕ ਨਾਮ ਮਨ ਤਨ ਭਾਵੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅਸੀਂ ਸਾਰੇ ਹੀ ਬਹੁਤ ਵੱਡਿਆਂ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਪਰਿਪੂਰਨ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਰੰਪਾਰ ਛਤਰ ਛਾਇਆ ਹਜ਼ੂਰੀ ਮੇਹਰ ਬਖਸ਼ਿਸ਼ ਦੇ ਪਾਤਰ ਬਣਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਪਿਛਲੇ ਕਾਫੀ ਲੰਮੇ ਸਮੇਂ ਤੋਂ ਲੈ ਕਰਕੇ ਆਪਾਂ ਪੂਰਨ ਬ੍ਰਹਮ ਗਿਆਨੀ ਰਾਜ ਜੋਗੀ ਤਤਵੇਤੇ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦੇ ਪਾਵਨ ਪਵਿੱਤਰ ਅਲਾਹੀ ਜੀਵਨ ਰੂਹਾਨੀ ਸੰਦੇਸ਼ ਦੀ ਵਿਚਾਰ ਕਰ ਰਹੇ ਹਾਂ। ਵੱਡੇ ਭਾਗ ਹਨ ਸਾਡੇ ਤੁਹਾਡੇ ਸਾਰਿਆਂ ਦੇ, ਜੋ ਕਿ ਅਸੀਂ ਹੁਣ ਤੱਕ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀਆਂ ਦਾ 1905 ਤੋਂ ਲੈ ਕਰਕੇ 1928 30 32 ਤੱਕ ਦਾ ਇਤਿਹਾਸ ਵਿਚਾਰ ਚੁੱਕੇਗਾ। ਕਿਵੇਂ ਕੱਲ ਆਪਾਂ ਨੇ ਕੋਕਾ ਕੋਲਾ ਵਾਲੇ ਸਰਦਾਰਾਂ ਦਾ ਇਤਿਹਾਸ ਵਾਚਿਆ, ਕਿਵੇਂ ਉਹਨਾਂ ਦੇ ਉੱਤੇ ਅਪਰੰਪਾਰ ਕਿਰਪਾ ਹੋਈ। ਸਭ ਸੰਗਤਾਂ ਨੇ ਕੱਲ ਦੇ ਦੀਵਾਨ ਦੇ ਵਿੱਚ ਬੜੇ ਪ੍ਰੇਮ ਨਾਲ ਸਰਵਣ ਕੀਤਾ ਸੀ। ਸੋ ਸਭ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ, ਜਿਵੇਂ ਤੁਸੀਂ ਲਾਹਾ ਲੈ ਰਹੇ ਹੋ ਅਸੀਂ ਲਾਹਾ ਲੈ ਰਹੇ ਹਾਂ, ਇਵੇਂ ਕਿਵੇਂ ਹੋਰ ਸੰਗਤਾਂ ਨੂੰ ਵੀ ਵੱਡੇ ਛੋਟੇ ਸੰਤ ਮਹਾਰਾਜ ਜੀਆਂ ਦੀ ਸ਼ਖਸੀਅਤ ਤੋਂ ਜਾਣੂ ਕਰਵਾਉਣ ਦੇ ਵਾਸਤੇ ਜਿੱਥੇ ਅਸੀਂ ਇਹ ਧਾਰਮਿਕ ਸੁੰਦਰ ਉਪਰਾਲਾ ਕੀਤਾ ਹੈ, ਤੁਹਾਡੀ ਆਗਿਆ ਤੇ ਹੁਕਮਾਂ ਦੇ ਵਿੱਚ ਸਾਧ ਸੰਗਤ, ਇਵੇਂ ਕਿਵੇਂ ਇਹ ਲਾਹਾ ਤੁਸੀਂ ਸਾਰੀ ਸੰਗਤ ਨੂੰ ਵੀ ਦੇ ਸਕਦੇ ਹੋ, ਫਰੈਂਡ ਸਰਕਲ ਨੂੰ ਵੀ ਦੇ ਸਕਦੇ ਹੋ, ਸਭਨਾਂ ਦੇ ਨਾਲ ਭਲੀ ਭਾਂਤ ਰਾਬਤਾ ਕਾਇਮ ਕਰਦੇ ਹੀ ਹੋ। ਜਿੱਥੇ ਤੁਸੀਂ ਯੂਜ਼ਲੈਸ ਮੈਸੇਜ ਕਰਦੇ ਰਹਿੰਦੇ ਹੋ ਜਾਂ ਬਿਨਾਂ ਸਿਰ ਪੈਰ ਦੀ ਗੱਲ ਸਾਨੂੰ ਇੱਕ ਦੂਜੇ ਨੂੰ ਸੈਂਡ ਕਰਨੀ ਪੈਂਦੀ ਹੈ, ਉੱਥੇ ਤੁਸੀਂ ਇਹੋ ਜਿਹੀ ਕਥਾ ਇਹੋ ਜਿਹੀ ਵਿਚਾਰ ਇੱਕ ਦੂਸਰੇ ਨੂੰ ਸੈਂਡ ਕਰਿਆ ਕਰੋ, ਜਿਹਦੇ ਵਿੱਚ ਗੁਰੂ ਮਹਿਮਾ ਹੋਵੇ, ਸੰਤ ਮਹਿਮਾ ਹੋਵੇ, ਸਾਧੂਆਂ ਦੀ ਅਪਰੰਪਾਰ ਕਰਨੀ ਕਮਾਈ ਦਾ ਜ਼ਿਕਰ ਹੋਵੇ। ਜਿੱਥੇ ਤੁਸੀਂ ਖੁਦ ਲਾਹਾ ਲੈਂਦੇ ਹੋ ਉੱਥੇ ਆਪਣੇ ਫਰੈਂਡ ਸਰਕਲ ਨੂੰ ਵੀ ਇਹ ਕਥਾ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ ਅਤੇ ਸਬਸਕ੍ਰਾਈਬ ਕਰਿਆ ਕਰੋ। ਸੰਤ ਆਸ਼ਰਮ ਚੈਨਲ YouTube ਤੇ Facebook ਤੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦਿਆ ਕਰੋ, ਤਾਂ ਕਿ ਜਦੋਂ ਵੀ ਅਸੀਂ ਜਾਂ ਆਪਣੇ ਜਥੇ ਦੇ ਸਿੰਘ ਸੇਵਾਦਾਰ ਭਾਈ ਹਰਮਨਜੋਤ ਸਿੰਘ ਜੀ ਮਹਾਤਮਾ ਜਦੋਂ ਵੀ
ਅਪਲੋਡ ਕਰਨ ਤਾਂ ਪਹਿਲਾ ਲਿੰਕ ਆਪ ਜੀ ਨੂੰ ਆ ਜਾਵੇ। ਜਿੱਥੇ ਤੱਕ ਤੁਸੀਂ ਕੱਲ ਕਥਾ ਸਰਵਣ ਕੀਤੀ ਸੀ ਉਸ ਤੋਂ ਅੱਗੇ ਅੱਜ ਤੁਸੀਂ ਸੁਣ ਸਕੋ। ਇਹ ਨਾ ਹੋਵੇ ਕਿ ਇੱਕ ਭਾਗ ਗੁਆਚੀ ਜਾਏ, ਤੁਹਾਨੂੰ ਸਰਵਣ ਹੀ ਨਾ ਹੋਵੇ ਔਰ ਤੁਸੀਂ ਇੱਕ ਦੂਜੇ ਨੂੰ ਫੋਨ ਕਰਕੇ ਪੁੱਛੀ ਜਾਓ ਇੱਕ ਭਾਗ ਸਾਨੂੰ ਪ੍ਰਾਪਤੀ ਨਹੀਂ ਹੋਇਆ। ਸੋ ਸਭ ਸੰਗਤਾਂ ਨੇ ਇਹ ਉਦਮ ਕਰਨਾ। ਸੋ ਆਪਾਂ ਬਹੁਤੀਆਂ ਇਹਨਾਂ ਗੱਲਾਂ ਵੱਲ ਸਮਾਂ ਨਾ ਜਾਇਆ ਕਰੀਏ, ਆਪਣੀ ਵਿਚਾਰ ਤੇ ਆਈਏ। ਮਨ ਚਿੱਤ ਬੁੱਧ ਨੂੰ ਇਕਾਗਰ ਕਰੋ ਅਤੇ ਆਪ ਸਭ ਧਿਆਨ ਦੀ ਚਿਤ ਵਿਰਤੀ ਦੀ ਇਕਾਗਰਤਾ ਦੇ ਵਾਸਤੇ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੰਤ ਮਹਾਰਾਜ ਜੀ ਕੱਲ ਦੀ ਵਿਚਾਰ ਵਿੱਚ ਤੁਸੀਂ ਸੁਣਿਆ ਸੀ ਦਿੱਲੀ ਦੇ ਵਿੱਚ ਆਪਣੀ ਸਿਹਤ ਦਾ ਇਲਾਜ ਕਰਾਉਣ ਦੇ ਵਾਸਤੇ ਛੋਟੇ ਸੰਤ ਮਹਾਰਾਜ ਜੀ ਦੀ ਆਗਿਆ ਤੇ ਸੰਗਤਾਂ ਦੀ ਬੇਨਤੀ ਮੰਨ ਕੇ ਪਹੁੰਚੇ। ਅੱਗੇ ਸਰਦਾਰ ਮੋਹਨ ਸਿੰਘ ਆਲੂਵਾਲੀਆ, ਕੋਕਾ ਕੋਲਾ ਵਾਲੇ, ਦਿੱਲੀ ਵਾਲੇ ਕਿਵੇਂ ਆਦਰ ਭਾਵਨਾ ਸਤਿਕਾਰ ਕਰਦੇ ਹਨ, ਕਿਵੇਂ ਆਪ ਜੀ ਨੂੰ ਲੈਣ ਵਾਸਤੇ ਜਾਂਦੇ ਹਨ, ਤੁਸੀਂ ਕੱਲ ਸੁਣ ਲਿਆ ਸੀ। ਸਰਦਾਰ ਮੋਹਨ ਸਿੰਘ ਜੀ ਦਾ ਜਨਮ 14 ਮਾਰਚ ਸਨ 1900 ਈਸਵੀ ਨੂੰ ਕਿਲਾ ਹਾਂਸ ਨਗਰ, ਜੋ ਇਥੋਂ ਸਾਡੇ ਘਣਗਸਾਂ ਤੋਂ ਜਾਂ ਰਾੜਾ ਸਾਹਿਬ ਤੋਂ ਬਿਲਕੁਲ ਨਜ਼ਦੀਕ ਹੀ ਹੈ, ਲੁਧਿਆਣੇ ਜ਼ਿਲ੍ਹੇ ਦੇ ਵਿੱਚ ਕਿਲਾ ਹਾਂਸ ਨਗਰ ਵਿੱਚ ਜਨਮ ਹੋਇਆ। ਲੁਧਿਆਣੇ ਸ਼ਹਿਰ ਮਿਸ਼ਨ ਸਕੂਲ 10ਵੀਂ ਪਾਸ ਕਰਕੇ ਸਰਦਾਰ ਬਹਾਦਰ ਸਿੰਘ ਦੇ ਕੋਲ 1919 ਦੇ ਵਿੱਚ ਦਿੱਲੀ ਆ ਗਏ। ਉਸੇ ਸਾਲ ਹੀ ਸਰਦਾਰ ਲਛਮਣ ਸਿੰਘ ਜੀ ਦੀ ਪੈਨਸ਼ਨ ਹੋਈ ਸੀ। ਉਨੀ ਦਿਨੀ ਵਾਇਸਰਾਏ ਹਾਊਸ ਤੇ ਪਾਰਲੀਮੈਂਟ ਹਾਊਸ ਤਿਆਰ ਹੋ ਰਿਹਾ ਸੀ। ਇੱਥੇ ਇਹਨਾਂ ਨੂੰ ਗਵਰਨਮੈਂਟ ਵੱਲੋਂ ਲੱਕੜੀ ਦੇ ਕੰਮ ਤੇ ਡਿਪਾਰਟਮੈਂਟ ਤੇ 60 ਰੁਪਏ ਮਹੀਨੇ ਦੀ ਨੌਕਰੀ ਮਿਲ ਗਈ ਸੀ। ਕੁਝ ਸਮੇਂ ਤੋਂ ਬਾਅਦ ਲੱਕੜੀ ਦੇ ਕੰਮ ਦੀ ਸਪੈਸ਼ਲ ਟ੍ਰੇਨਿੰਗ ਵਾਸਤੇ 2.5 ਮਹੀਨੇ ਰੁੜਕੀ ਤੇ 2.5 ਮਹੀਨੇ ਦੇਹਰਾਦੂਨ ਭੇਜੇ ਗਏ। ਖਰਚ ਸਾਰਾ ਹੀ ਗਵਰਨਮੈਂਟ ਦਾ ਸੀ। ਵਾਪਸ ਆਇਆ ਤਾਂ 250 ਰੁਪਏ ਮਹੀਨਾ ਮਿਲਣ ਲੱਗ ਪਿਆ। ਤਾਲ ਕਟੋਰਾ ਰੋਡ ਤੇ ਸਰਕਾਰ ਵੱਲੋਂ ਕੁਆਟਰ ਮਿਲਿਆ ਹੋਇਆ ਸੀ। ਇੱਥੇ 7 ਮਾਰਚ 1922 ਨੂੰ ਸਰਦਾਰ ਦਲਜੀਤ ਸਿੰਘ ਜੀਆਂ ਦਾ ਜਨਮ। 1928 ਈਸਵੀ ਵਿੱਚ ਜਦੋਂ ਇਹ ਕੰਮ ਸਮਾਪਤ ਹੋਇਆ ਤਾਂ ਸਰਕਾਰ ਨੇ ਇਹਨਾਂ ਦੇ ਕੰਮ ਤੇ ਪ੍ਰਸੰਨ ਹੋ ਕੇ ਬੜੀ ਵੱਡੀ ਤਰੱਕੀ ਦੇ ਕੇ ਸਦੀਵੀ ਆਪਣੇ ਪਾਸ ਰੱਖਣਾ ਚਾਹਿਆ। ਪਰ ਜੋ ਇਸ ਕੰਮ ਦਾ ਚੀਫ ਇੰਜੀਨੀਅਰ ਅੰਗਰੇਜ਼ ਸੀ, ਇਹਨਾਂ ਦਾ ਮਿੱਤਰ ਬਣ ਚੁੱਕਾ ਸੀ, ਉਹਨੇ ਕਹਿਣਾ ਕੀਤਾ ਸਰਦਾਰ ਮੋਹਨ ਸਿੰਘ ਜੀ ਤੁਸੀਂ ਆਪਣਾ ਵੱਖਰਾ ਹੀ ਕੰਮ ਚਾਲੂ ਕਰੋ। ਤੁਹਾਡੀ ਦਿਮਾਗੀ ਲਿਆਕਤ ਤੋਂ ਮੈਂ ਅੰਦਾਜ਼ਾ ਲਗਾ ਸਕਦਾ ਹਾਂ ਕਿ ਤੁਸੀਂ ਛੇਤੀ ਹੀ ਤਰੱਕੀ ਕਰ ਜਾਓਗੇ। ਉਸ ਸਮੇਂ ਉਹਦੀ ਸਲਾਹ ਨਾਲ ਨੌਕਰੀ ਛੱਡ ਕੇ 1932 ਈਸਵੀ ਵਿੱਚ ਆਪਣਾ ਫਰਨੀਚਰ ਦਾ ਵੱਖਰਾ ਹੀ ਕੰਮ ਚਲਾ ਲਿਆ। ਜਦੋਂ ਸੰਤ ਮਹਾਰਾਜ ਜੀ ਦਿੱਲੀ ਪੁੱਜੇ, ਸਰਦਾਰ ਮੋਹਨ ਸਿੰਘ ਜੀ ਨੂੰ ਉਹਨਾਂ ਦੇ ਪਿਤਾ ਦੀ ਚਿੱਠੀ ਦਿਖਾਈ ਤਾਂ ਸੰਤ ਮਹਾਰਾਜ ਦਾ ਦਰਸ਼ਨ ਕਰਕੇ ਉਸ ਨੂੰ ਚਾਅ ਚੜ ਗਿਆ। ਭਾਵੇਂ ਇਸ ਨੇ ਅੱਗੇ ਵੀ ਪਹਿਲਾਂ ਟੱਕੀ ਕਈ ਵਾਰ ਮਹਾਂਪੁਰਸ਼ਾਂ ਦਾ ਦਰਸ਼ਨ ਦੀਦਾਰ ਕੀਤਾ, ਪਰ ਅਜੇ ਨੇੜਤਾ ਨਹੀਂ ਸੀ ਹੋਈ। ਹੁਣ ਪਿਛਲੇ ਜਨਮ ਦੇ ਪ੍ਰਬਲ ਸੰਸਕਾਰਾਂ ਨੇ ਸੱਚੀ ਪ੍ਰੀਤੀ ਪੈਦਾ ਕਰ ਦਿੱਤੀ। ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈ। ਸੰਤ ਜੀ ਮਹਾਰਾਜ ਨੂੰ ਭਾਵਨਾ ਨਾਲ ਨਮਸਕਾਰ ਕੀਤੀ, ਚੰਗੀ ਤਰ੍ਹਾਂ ਰਿਹਾਇਸ਼ ਕਰਵਾਈ ਤੇ ਬੜੀ ਸ਼ਰਧਾ ਨਾਲ ਸੇਵਾ ਕੀਤੀ। ਰਾਤ ਬਤੀਤ ਹੋਈ। ਦੂਸਰੇ ਦਿਨ ਸਵੇਰੇ ਆਪਣੀ ਗੱਡੀ ਵਿੱਚ ਡਾਕਟਰ ਦੇ ਪਾਸ ਲਿਆ ਕੇ ਸਾਰੀ ਗੱਲ ਦੱਸੀ।
ਉਸਨੇ ਗੌਰ ਨਾਲ ਸਿਹਤ ਵੱਲ ਤੱਕਿਆ। ਚਿਹਰੇ ਦੀ ਰੰਗਤ ਤੇ ਅੱਖਾਂ ਦੇ ਪਲਕਣ ਦਾ ਤੋਂ ਦੇਖ ਕੇ ਅੰਦਾਜ਼ਾ ਲਗਾ ਲਿਆ ਕਿ ਬਹੁਤੇ ਹੱਠ ਦੇ ਨਾਲ ਅੰਦਰ ਗਰਮੀ ਵੱਧ ਗਈ ਹੈ। ਯਕਰਾਨ ਹੋ ਗਿਆ। ਉਸਨੇ ਦਿਮਾਗੀ ਖੁਸ਼ਕੀ, ਗਰਮੀ ਅਤੇ ਖੁਸ਼ਕੀ ਦੂਰ ਕਰਨ ਦੇ ਵਾਸਤੇ, ਤਾਕਤ ਵਧਾਉਣ ਦੇ ਵਾਸਤੇ ਦਵਾਈਆਂ ਦੇ ਦਿੱਤੀਆਂ। ਪਥ ਪਰਹੇਜ ਦੱਸਿਆ। ਆਪ ਜੀ 2 ਮਹੀਨੇ ਦਿੱਲੀ ਠਹਿਰੇ। ਸਰੀਰ ਬਿਲਕੁਲ ਠੀਕ ਹੋ ਗਿਆ। ਡਾਕਟਰ ਉੱਪਰ ਵੀ ਬੜੀ ਪ੍ਰਸੰਨਤਾ ਹੋਈ। ਸਰਦਾਰ ਮੋਹਨ ਸਿੰਘ ਨੇ ਸਮੇਤ ਪਰਿਵਾਰ ਦੇ ਬੜੀ ਭਾਵਨਾ ਦੇ ਨਾਲ ਸੇਵਾ ਕੀਤੀ। ਬਸ ਫੇਰ ਕੀ ਸੀ, ਇਹਦੇ ਘਰ ਹਜ਼ੂਰ ਦੇ ਚਰਨ ਕੀ ਪਏ, ਮਾਨੋ ਪਾਰਸ ਦੀ ਛੋਹ ਪ੍ਰਾਪਤ ਹੋ ਗਈ। ਪਾਰਸ ਦਾ ਲੋਕ ਯਾਦ ਧਾਤਾਂ ਨੂੰ ਛੋਹ ਕਰਕੇ ਸੋਨਾ ਹੀ ਬਣਾਉਂਦਾ ਹੈ, ਪਰ ਇਸਨੇ ਤਾਂ ਇਹੋ ਜਿਹੀ ਬਖਸ਼ਿਸ਼ ਰੂਪ ਪਾਰਸ ਦੀ ਬੱਟੀ ਪਾ ਲਈ ਕਿ ਮਿੱਟੀ ਨੂੰ ਹੱਥ ਪਾਇਆ ਵੀ ਉਹ ਸੋਨਾ ਬਣਾਉਣ ਲੱਗ ਗਿਆ। ਜਿਉਂ-ਜਿਉਂ ਮਨ ਦੀ ਭਾਵਨਾ ਵੱਧਦੀ ਗਈ ਅਰ ਨਿਮਰਤਾ ਨਾਲ ਸੇਵਾ ਤੇ ਹੁਕਮ ਦੀ ਪਾਲਣਾ ਕਰਨ ਵਿੱਚ ਦ੍ਰਿੜ ਵਿਸ਼ਵਾਸ ਕੀਤਾ, ਤਿਉਂ-ਤਿਉਂ ਕੁਬੇਰ ਦਾ ਖਜ਼ਾਨਾ ਆਉਣਾ ਸ਼ੁਰੂ ਹੋ ਗਿਆ। ਥੋੜੇ ਹੀ ਸਮੇਂ ਵਿੱਚ ਇਤਨਾ ਵੱਡਾ ਕੰਮ ਹੋਣਾ, ਇਹ ਇੱਕ ਪੂਰਨ ਮਹਾਪੁਰਸ਼ ਦੀ ਬਖਸ਼ਿਸ਼ ਦਾ ਹੀ ਕ੍ਰਿਸ਼ਮਾ ਹੈ। 10 ਨਵੰਬਰ 1934 ਈਸਵੀ ਨੂੰ ਹਨੂਮਾਨ ਰੋਡ ਤੇ 12 ਖੰਬੇ ਕੋਠੀ ਨੰਬਰ 40 ਆਪਣੀ ਤਿਆਰ ਕਰਕੇ, ਜਿਹਦਾ ਨੀਂਹ ਪੱਥਰ ਸੰਤ ਜੀ ਮਹਾਰਾਜ ਨੇ ਰੱਖਿਆ ਤੇ ਪ੍ਰਵੇਸ਼ ਹੋਣ ਸਮੇਂ ਵੀ ਅਖੰਡ ਪਾਠ ਸਾਹਿਬ ਦੇ ਭੋਗ ਦੇ ਸਮੇਂ ਪੁੱਜੇ। ਇਹਦੇ ਵਿੱਚ ਇਸਨੇ ਰਿਹਾਇਸ਼ ਕੀਤੀ ਹੋਈ ਸੀ। ਇੱਕ ਸਮੇਂ ਸਰਦਾਰ ਮੋਹਨ ਸਿੰਘ ਜੀ ਦੇ ਪਿਤਾ ਸਰਦਾਰ ਲਛਮਣ ਸਿੰਘ ਜੀ ਨੇ ਬੇਨਤੀ ਕੀਤੀ, ਸੁਣਨਾ ਜਰਾ ਧਿਆਨ ਨਾਲ ਭਾਈ। ਗਰੀਬ ਨਿਵਾਜ ਮੋਹਨ ਸਿੰਘ ਤੇ ਹਜ਼ੂਰ ਦੀ ਅਪਾਰ ਬਖਸ਼ਿਸ਼ ਹੋਈ ਹੈ, ਜਿਸ ਕਰਕੇ ਕੰਮਕਾਰ ਕਾਫੀ ਵੱਧ ਚੁੱਕਾ ਹੈ, ਪਰ ਇਸ ਦਾ ਇੱਕੋ ਹੀ ਕਾਕਾ ਹੈ। ਆਪ ਕਿਰਪਾ ਕਰਕੇ ਜੋਤੀ ਨਾਲ ਜੋਤ ਵਿੱਚ ਅਭੇਦ ਹੋ ਕਰਕੇ ਬਖਸ਼ਿਸ਼ ਕਰੋ ਕਿ ਇਹਦੀ ਜੋੜੀ ਬਣ ਜਾਵੇ। ਸੰਤ ਜੀ ਮਹਾਰਾਜ ਨੇਤਰ ਬੰਦ ਕਰਕੇ ਅਕਾਲ ਪੁਰਖ ਨਾਲ ਅਭੇਦ ਹੋਏ ਬੈਠੇ ਨੇ। ਕੁਝ ਕੋ ਪਲਾਂ ਬਾਅਦ, ਕੁਝ ਕੋ ਪਲ ਚੁੱਪ ਰਹਿਣ ਤੋਂ ਬਾਅਦ ਕਮਲਾ ਸਮਾਨ ਨੇਤਰ ਖੋਲੇ, ਜਿਨ੍ਹਾਂ ਵਿੱਚ ਮੇਰਾ ਪਰਿਨਾਮ ਦੀ ਮਸਤੀ ਵਾਲੇ ਲਾਲੀ ਦੇ ਡੋਰੇ ਸਨ। ਮੁਸਕਰਾ ਕੇ ਕਹਿਣ ਲੱਗੇ, ਚੰਗਾ ਨਿਰੰਕਾਰ ਭਲੀ ਕਰੇਗਾ। ਹਜ਼ੂਰ ਦੇ ਬਚਨਾਂ ਅਨੁਸਾਰ 10 ਨਵੰਬਰ 1938 ਈਸਵੀ ਨੂੰ ਇਹਨਾਂ ਦੇ ਘਰ ਦੂਸਰੇ ਬਾਲਕ ਦਾ ਜਨਮ ਹੋਇਆ। ਫਿਰ ਤਾਂ ਸਾਰੇ ਪਰਿਵਾਰ ਦੇ ਮਨ ਅੰਦਰ ਟੁੱਟ ਸ਼ਰਧਾ ਵੱਧ ਗਈ। ਫਿਰ 1939 ਨੂੰ ਕੋਠੀ ਨੰਬਰ 40 ਵਿੱਚ ਅਖੰਡ ਪਾਠ ਦੇ ਭੋਗ ਸਮੇਂ ਸੰਤ ਜੀ ਮਹਾਰਾਜ ਨੂੰ ਬੇਨਤੀ ਕਰਕੇ ਦਿੱਲੀ ਲਿਆਂਦਾ ਗਿਆ ਅਤੇ ਹਜ਼ੂਰ ਦੀ ਰਸਨਾ ਤੋਂ ਕਾਕੇ ਦਾ ਨਾਮ ਰਖਵਾਇਆ। ਗਰੀਬ ਨਿਵਾਜ ਨੇ ਸਤਿਗੁਰਾਂ ਦੇ ਮੁਖ ਵਾਕ ਤੋਂ ਭੁਜੰਗੀ ਦਾ ਨਾਮ ਚਰਨਜੀਤ ਸਿੰਘ ਰੱਖਿਆ। ਉਸ ਸਮੇਂ ਪੂਰਨ ਸ਼ਰਧਾਲੂ, ਪਰਮ ਪ੍ਰੀਤਵਾਨ ਸਰਦਾਰ ਲਛਮਣ ਸਿੰਘ ਨੇ ਆਪਣੇ ਲਖਤੇ ਜਿਗਰ ਸਰਦਾਰ ਮੋਹਨ ਸਿੰਘ ਜੀ ਨੂੰ 100 ਗੱਲਾਂ ਦੀ ਇੱਕੋ ਗੱਲ ਆਖ ਦਿੱਤੀ, ਕਾਕਾ ਜੇ ਤੂੰ ਮੇਰਾ ਇੱਕ ਬਚਨ ਮੰਨ ਲਵੇਂ ਤਾਂ ਸਾਰੀ ਜ਼ਿੰਦਗੀ ਸੁਖ ਪਾਵੇਂਗਾ। ਇਸ ਨੇ ਅਰਜ਼ ਕੀਤੀ, ਦੱਸੋ ਪਿਤਾ ਜੀ ਕਿਉਂ ਨਹੀਂ ਮੰਨਾਂਗਾ? ਆਪ ਜੀ ਦਾ ਹੁਕਮ ਬਚਨ ਜ਼ਰੂਰ ਮੰਨਾਂਗਾ। ਤਾਂ ਉਹਨਾਂ ਨੇ ਵੈਰਾਗ ਤੇ ਪ੍ਰੇਮ ਦੇ ਮਿਸ਼ਰਤ ਰੰਗ ਵਿੱਚ ਸਜਲ ਨੇਤਰੀ ਬਚਨ ਕੀਤਾ ਕਿ ਇਹਨਾਂ ਦੇ ਚਰਨ ਨਾ ਛੱਡੀ, ਲੜ ਲੱਗਿਆ ਰਹੀ, ਫਿਰ ਤੈਨੂੰ ਕਿਸੇ ਗੱਲ ਦਾ ਵੀ ਘਾਟਾ ਨਹੀਂ। ਉਸਨੇ ਪਿਤਾ ਦੇ ਅੱਗੇ ਪ੍ਰਣ ਕੀਤਾ, ਪਿਤਾ ਜੀ ਮੈਂ ਆਪਣੀ ਜ਼ਿੰਦਗੀ ਵਿੱਚ ਜਿਤਨੀ ਵੀ ਹੋ ਸਕੀ ਇਹਨਾਂ ਦੀ ਤਨੋ ਮਨੋ ਸੇਵਾ ਕਰਾਂਗਾ। ਫਿਰ ਸੰਤ ਜੀ ਨੂੰ ਕਿਹਾ, ਮਹਾਰਾਜ ਆਪ ਜੀ ਨੇ ਇਸ ਦੇ ਸਿਰ ਤੇ
ਮਿਹਰ ਭਰਿਆ ਹੱਥ ਰੱਖਣਾ। ਸੰਤ ਜੀ ਮੁਸਕਰਾ ਕੇ ਕਹਿਣ ਲੱਗੇ, ਸਾਡੇ ਵੱਲੋਂ ਤਾਂ ਹਰ ਸਮੇਂ ਬਖਸ਼ਿਸ਼ਾਂ ਦੇ ਬੂਹੇ ਖੁੱਲੇ ਐ, ਪਰ ਜਿਹੋ ਜਿਹਾ ਇਹ ਆਪਣੇ ਵੱਲੋਂ ਵਰਤ ਵਰਤਾਵਾ ਸਾਡੇ ਨਾਲ ਰੱਖਣਗੇ, ਉਸੇ ਤਰ੍ਹਾਂ ਦਾ ਫਲ ਪ੍ਰਾਪਤ ਕਰਦੇ ਰਹਿਣਗੇ। ਗੁਰਸਿੱਖ ਦੇ ਲੱਛਣ ਕੀ ਹਨ? ਸੰਤ ਜੀ ਮਹਾਰਾਜ ਪਾਸ ਮੋਹਨ ਸਿੰਘ ਜੀ ਨੇ ਬੇਨਤੀ ਕੀਤੀ, ਗਰੀਬ ਨਿਵਾਜ ਗੁਰਸਿੱਖ ਦੇ ਕੀ ਲੱਛਣ ਹੋਇਆ ਕਰਦੇ ਹਨ? ਆਪ ਜੀ ਨੇ ਉੱਤਰ ਦਿੱਤਾ, ਪੂਰਨ ਗੁਰਸਿੱਖ ਹਰੀ ਜਸ ਦਾ ਭੰਡਾਰਾ ਹੈ। ਜਿਤਨੇ ਵੀ ਗੁਰੂ ਦਰਬਾਰ ਦੇ ਵਿੱਚ ਵੱਧ ਤੋਂ ਵੱਧ ਸਿੱਖ ਇਕੱਠੇ ਹੁੰਦੇ ਐ, ਉਹਨਾਂ ਹੀ ਹਰੀ ਜਸ ਤੇ ਹਰੀ ਕੀਰਤਨ ਵਿੱਚ ਵਾਧਾ ਹੋ ਜਾਇਆ ਕਰਦਾ। ਕਮਾਈ ਵਾਲੇ ਸਿੱਖਾਂ ਦੇ ਵਾਣ ਅਮੋਘ ਹੋਇਆ ਕਰਦੇ ਹਨ, ਅਮੋਘ ਬਾਣ ਦੀ ਤਰ੍ਹਾਂ। ਉਹਨਾਂ ਦੇ ਮੁਖੋਂ ਨਿਕਲੇ ਬਚਨ ਮਨੁੱਖ ਦਾ ਸੀਨਾ ਵਿੰਨ ਦਿੰਦੇ ਹਨ, ਹਿਰਦੇ ਵਿੱਚ ਡੂੰਘਾ ਘਾਹ ਕਰ ਦਿੰਦੇ ਹਨ। ਸਿੱਖ ਚੰਦਨ ਦੀ ਸੁਗੰਧੀ ਭਰੀ ਹਵਾ ਹੈ, ਜਿੱਧਰ ਵਗੇ ਉਸ ਨੂੰ ਸੁਗੰਧਿਤ ਹੀ ਕਰੀ ਜਾਂਦਾ ਹੈ। ਸਿੱਖ ਹਮੇਸ਼ਾ ਕੀਰਤਨ ਵਿੱਚ ਵਸਦਾ ਹੈ, ਸਾਖੀਆਂ ਦੇ ਵਿੱਚ ਵਿਚਰਦਾ ਹੈ, ਕਥਾ ਦਾ ਪ੍ਰੇਮੀ ਹੈ, ਨਾਮ ਵਿੱਚ ਸੌਂਦਾ ਹੈ, ਹਰੀ ਜਸ ਵਿੱਚ ਜਾਗਦਾ ਹੈ, ਪਵਿੱਤਰਤਾ ਵਿੱਚ ਇਸ਼ਨਾਨ ਕਰਦਾ ਹੈ, ਨਾਮ ਦਾ ਭੋਜਨ ਛਕਦਾ ਹੈ। ਫਿਰ ਸਿੱਖ ਕਿਸੇ ਨਾਲ ਧੱਕਾ ਨਹੀਂ ਕਰਦਾ, ਨਾ ਹੀ ਹੋਰ ਕਿਸੇ ਉੱਤੇ ਨਜਾਇਜ਼ ਧੱਕੇ ਦਾ ਸਹਾਰਾ ਲੈਂਦਾ ਹੈ। ਨਾ ਭੈ ਦੇਣਾ, ਨਾ ਭੈ ਮੰਨਣਾ, ਨਾ ਆਪ ਅਨਿਆਂ ਕਰਨਾ, ਨਾ ਦੂਜੇ ਨਾਲ ਜਰਨਾ, ਇਹ ਸਿੱਖ ਦਾ ਜੀਵਨ ਹੋਇਆ ਕਰਦਾ ਹੈ। ਦਇਆ ਉਪਕਾਰ ਸਿੰਘ ਦਾ ਵਤੀਰਾ ਹੋਇਆ ਕਰਦਾ ਹੈ। ਦੁਖੀਏ ਦਾ ਦਰਦ ਵੰਡਣਾ ਹੀ ਸਿੱਖ ਦਾ ਆਦਰਸ਼ ਹੈ। ਜ਼ਰੂਰਤ ਨਾਲ ਗਲਤ ਵਿਸ਼ਵਾਸਾਂ ਨੂੰ ਭੰਡਣਾ ਤੇ ਛੱਡਣਾ ਹੀ ਸਿੱਖ ਦਾ ਕਰਤੱਵ ਹੋਇਆ ਕਰਦਾ ਹੈ। ਪਰ ਇਹ ਸਿੱਖ ਵਤੀਰਾ ਸਚਿਆਰ ਸਾਧੂ ਸੰਤ ਬ੍ਰਹਮ ਗਿਆਨੀ ਗੁਰਸਿੱਖ ਸਿੱਖ ਹੀ ਧਾਰਨ ਕਰ ਸਕਦਾ ਹੈ। ਸਿੱਖ ਵਤੀਰਾ ਰਾਜ ਜੋਗ ਕਮਾਉਣ ਵਾਲਾ, ਮੀਰੀ ਪੀਰੀ ਦਾ ਮਾਲਕ, ਦੇਗ ਤੇਗ ਦਾ ਧਨੀ, ਸੰਤ ਸਿਪਾਹੀ ਹੀ ਧਾਰਨ ਕਰ ਸਕਦਾ ਹੈ। ਸਿੱਖ ਸਚਿਆਰ ਸਾਧੂ ਸੰਤ ਬ੍ਰਹਮ ਗਿਆਨੀ ਗੁਰਮੁਖ ਦਾ ਸੰਕੇਤ ਹੈ। ਸਿੰਘ ਖਾਲਸਾ ਹੈ, ਸਿੰਘ ਆਪ ਅਕਾਲ ਪੁਰਖ ਦਾ ਰੂਪ ਹੈ। ਆਤਮ ਰਸ ਜੈ ਜਾਣੈ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਦ। ਦਰਅਸਲ ਸਿੱਖ ਸੰਤ ਬਣਦਾ ਹੀ ਉਦੋਂ ਹੈ ਜਦੋਂ ਉਹ ਆਪਣੇ ਹੀ ਸਾਰੇ ਆਪਣਾ ਸਰੂਪ ਵੇਖਣਾ ਸ਼ੁਰੂ ਕਰ ਦਿੰਦਾ ਹੈ, ਅਨੁਭਵ ਕਰਦਾ ਹੈ, ਦੁਨੀਆ ਦੇ ਕਸ਼ਟਾਂ ਨੂੰ ਆਪਣੇ ਜੁੰਮੇ ਲੈ ਲੈਂਦਾ ਹੈ ਤੇ ਪ੍ਰਭੂ ਪਿਆਰ ਦੀ ਪੀੜਾ ਵਿੱਚ ਆਪਣੇ ਆਪ ਨੂੰ ਭੁਲਾ ਦਿੰਦਾ ਹੈ। ਇਹੋ ਹੀ ਅਸਲੀ ਅਵਸਥਾ ਹੈ। ਇਹਨਾਂ ਪਵਿੱਤਰ ਵਚਨਾਂ ਦਾ ਸਰਦਾਰ ਸਾਹਿਬ ਦੇ ਨਿਰਮਲ ਦਿਲ ਤੇ ਬੜਾ ਗਹਿਰਾ ਅਸਰ ਹੋਇਆ, ਜਿਨ੍ਹਾਂ ਦਾ ਸਦਕਾ ਸਾਰੀ ਜ਼ਿੰਦਗੀ ਪਰਿਵਾਰ ਸਮੇਤ ਸਾਧ ਸੰਗਤ ਦੀ ਸੇਵਾ ਤੇ ਨਿਮਰਤਾ ਦੇ ਵਿੱਚ ਬਤੀਤ ਕਰਦਾ ਰਿਹਾ। 1943 ਈਸਵੀ ਵਿੱਚ ਸਰਦਾਰ ਦਲਜੀਤ ਸਿੰਘ ਜੀ ਨੇ BA ਪਾਸ ਕਰ ਲਈ ਤੇ ਕਾਲਜ ਛੱਡ ਕੇ ਪਿਤਾ ਜੀ ਨਾਲ ਕੰਮ ਕਰਾਉਣਾ ਸ਼ੁਰੂ ਕਰ ਦਿੱਤਾ। 21 ਜਨਵਰੀ 1945 ਈਸਵੀ ਨੂੰ ਦਲਜੀਤ ਸਿੰਘ ਜੀ ਦੀ ਸ਼ਾਦੀ ਹੋ ਗਈ। ਨਿਰੰਜਨ ਦਾਸ ਰਿਸ਼ੀ ਦੀ ਭਾਗਾਂ ਵਾਲੀ ਬੱਚੀ ਮਨਜੀਤ ਕੌਰ ਨੇ ਬੜੀ ਉਦਾਰ ਆਤਮਾ, ਸਵੱਛ ਖਿਆਲ ਸੀ। ਘਰ ਵਿੱਚ ਆਉਂਦਿਆਂ ਹੀ ਆਪਣੇ ਸ਼ੁਭ ਗੁਣਾਂ ਦੀ ਖੁਸ਼ਬੂ ਨਾਲ ਸਾਰੇ ਪਰਿਵਾਰ ਦਾ ਮਨ ਜਿੱਤ ਕੇ ਆਪਣਾ ਨਾਮ ਸਕਾਰਥ ਕੀਤਾ। ਇਸ ਦੇ ਨਾਲ ਹੀ ਵਧੇਰੇ ਲక్ష్ਮੀ ਦਾ ਵੀ ਪ੍ਰਵੇਸ਼ ਹੋ ਗਿਆ। ਇਸ ਦੀ ਸੰਤ ਜੀ ਮਹਾਰਾਜ ਤੇ ਅਤਿਅੰਤ ਵੱਡੀ ਸ਼ਰਧਾ ਸੀ।
ਹਜ਼ੂਰ ਦੀ ਬਖਸ਼ਿਸ਼ ਨਾਲ ਇਹਨਾਂ ਦੇ ਘਰ ਇਸੇ ਹੀ ਸਾਲ 17 ਨਵੰਬਰ 1945 ਈਸਵੀ ਨੂੰ ਪਹਿਲੀ ਲੜਕੀ ਜਸਨੀਤ ਕੌਰ ਨੀਟੀ ਦਾ ਜਨਮ ਹੋਇਆ ਤੇ 3 ਦਸੰਬਰ 1947 ਈਸਵੀ ਨੂੰ ਵੱਡੇ ਲੜਕੇ ਅਜੀਤ ਸਿੰਘ ਬੌਬੀ ਦਾ ਜਨਮ ਹੋਇਆ। ਇਹ ਸਾਰੇ ਪਰਿਵਾਰ ਦੇ ਹਰਮਨ ਪਿਆਰੇ ਤੇ ਸਾਧੂ ਸੁਭਾਅ ਦੇ ਸਾਦੇ ਜੀਵਨ ਵਾਲੇ ਗੁਰਮੁਖ ਗੁਰਸਿੱਖ ਹਨ। ਇਹਨਾਂ ਨੇ 1967 ਵਿੱਚ BA ਕਰਕੇ ਇੰਜੀਨੀਅਰਿੰਗ ਦਾ ਕੰਮ ਸਿੱਖ ਲਿਆ। ਹੁਣ ਸਾਰੇ ਪਲਾਟਾਂ ਦੇ ਇੰਚਾਰਜ ਆਪ ਬਣੇ ਹਨ। ਸਾਰੇ ਮੁਲਾਜ਼ਮਾਂ ਨਾਲ ਬੜਾ ਪਿਆਰ ਹੈ। 23 ਸਤੰਬਰ 1949 ਈਸਵੀ ਨੂੰ ਸਤਜੀਤ ਸਿੰਘ ਮੀਕੀ ਨਾਮ ਕਰਕੇ ਦੂਜੇ ਕਾਕੇ ਦਾ ਜਨਮ ਹੋਇਆ। ਪਰ ਇਸ ਨੂੰ 4 ਸਾਲਾਂ ਬਾਅਦ ਛੇਤੀ ਹੀ ਬੁਲਾਇਆ ਗਿਆ, ਜਿਸ ਨੇ 1 ਸਤੰਬਰ 1953 ਈਸਵੀ ਨੂੰ ਸ਼੍ਰੀਨਗਰ ਕਸ਼ਮੀਰ ਵਿੱਚ ਚੜ੍ਹਾਈ ਕਰ ਗਿਆ ਸੀ। 15 ਜੂਨ 1952 ਈਸਵੀ ਨੂੰ ਫਿਰ ਦੂਜੀ ਲੜਕੀ ਅੰਮ੍ਰਿਤਾ ਕੌਰ ਰਾਣੋ ਦਾ ਜਨਮ ਹੋਇਆ। 26 ਨਵੰਬਰ 1954 ਈਸਵੀ ਨੂੰ ਸਤਵੰਤ ਸਿੰਘ ਬਾਵਾ ਇਹਨਾਂ ਦਾ ਜਨਮ ਹੋਇਆ। 13 ਜੁਲਾਈ 1956 ਈਸਵੀ ਨੂੰ ਸੁਨੀਤਾ ਕੌਰ ਛੋਟੀ ਦਾ ਜਨਮ ਅਤੇ 8 ਜੂਨ 1960 ਈਸਵੀ ਵਾਲੇ ਦਿਨ ਬਲਜੀਤ ਕੌਰ ਮੂਚੀ ਦਾ ਜਨਮ ਹੋਇਆ। ਇਹਨਾਂ ਸਾਰੇ ਬੱਚਿਆਂ ਦਾ ਜਨਮ ਸੰਤ ਜੀ ਮਹਾਰਾਜ ਦੇ ਬਚਨ ਨਾਲ ਹੋਇਆ ਤੇ ਨਾਲ ਹੀ ਹਜ਼ੂਰ ਪਾਸੋਂ ਹੀ ਨਾਮ ਰਖਵਾਏ ਗਏ। ਇਹਨਾਂ ਦੇ ਜਨਮ ਦੀ ਖੁਸ਼ੀ ਵਿੱਚ ਰੱਖੇ ਅਖੰਡ ਪਾਠਾਂ ਦੇ ਭੋਗ ਸਮੇਂ ਆਪ ਜੀ ਸਮੇਤ ਜਥੇ ਦੇ ਜਾਇਆ ਕਰਦੇ। 29 ਦਸੰਬਰ 1970 ਈਸਵੀ ਵਿੱਚ ਬੀਬੀ ਮਨਜੀਤ ਕੌਰ ਨੂੰ ਗੁਰਪੁਰੀ ਬੁਲਾਇਆ ਗਿਆ। ਇਉਂ ਸਰਦਾਰ ਦਲਜੀਤ ਸਿੰਘ ਦੇ 2 ਲੜਕੇ ਤੇ 4 ਲੜਕੀਆਂ ਹਨ। ਦੂਸਰੇ ਕਾਕੇ ਚਰਨਜੀਤ ਸਿੰਘ ਜੀ ਦੇ 1961 ਈਸਵੀ ਵਿੱਚ BA ਕੀਤੀ ਅਤੇ ਇਹਨਾਂ ਦੀ ਸ਼ਾਦੀ 9 ਫਰਵਰੀ 1964 ਵਿੱਚ ਸਰਦਾਰ ਸੰਤ ਸਿੰਘ ਦੇ ਘਰ ਪਠਾਨਕੋਟ ਸ਼ਹਿਰ ਬੀਬੀ ਹਰਜੀਤ ਕੌਰ ਨਾਲ ਹੋਈ। 1953 ਈਸਵੀ ਤੋਂ ਬਾਅਦ ਤਾਂ ਸੰਤ ਜੀ ਮਹਾਰਾਜ ਹਰ ਇੱਕ ਸਾਲ ਹੀ ਇਹਨਾਂ ਦੀ ਬੇਨਤੀ ਸੁਣ ਕੇ ਦਿੱਲੀ ਦੀ ਸੰਗਤ ਦਾ ਪ੍ਰੇਮ ਤੱਕ ਕੇ 1 ਮਹੀਨਾ ਬਖਸ਼ ਹੀ ਦਿਆ ਕਰਦੇ ਸਨ। ਕੀਰਤਨ ਸ਼ਹਿਰ ਵਿੱਚ ਕਰਿਆ ਕਰਦੇ, ਰਿਹਾਇਸ਼ ਮੋਹਨ ਸਿੰਘ ਦੇ ਘਰ ਦੇ ਵਿੱਚ ਕਰਿਆ ਕਰਦੇ ਸਨ। ਸੇਵਾ ਵੀ ਸਾਰੀ ਇਹਨਾਂ ਵੱਲੋਂ ਕੀਤੀ ਜਾਇਆ ਕਰਦੀ ਸੀ। ਪਹਿਲਾਂ ਹਨੂਮਾਨ ਰੋਡ 12 ਖੰਬੇ 40 ਨੰਬਰ ਕੋਠੀ ਜਾਂਦੇ, ਫਿਰ 1947 ਈਸਵੀ ਵਿਸਾਖੀ ਵਾਲੇ ਦਿਨ ਹਜ਼ੂਰ ਤੋਂ ਨੀਂਹ ਰਖਵਾ ਕੇ ਨਵੀਂ ਦਿੱਲੀ ਮਥੁਰਾ ਰੋਡ ਫਰੈਂਡਸ ਕਲੋਨੀ ਕੋਠੀ ਨੰਬਰ 9 ਤਿਆਰ ਕੀਤੀ, ਜਿਸ ਵਿੱਚ ਅਖੰਡ ਪਾਠ ਦਾ ਭੋਗ ਪਵਾ ਕੇ ਬੜਾ ਭਾਰੀ ਯੱਗ ਕਰਨ ਉਪਰੰਤ ਉਸ ਸਮੇਂ ਜਥੇ ਸਮੇਤ ਦੀਨ ਦਿਆਲ ਨੇ ਵੀ ਚਰਨ ਪਾਏ। 1960 ਈਸਵੀ ਵਿੱਚ ਨਿਵਾਸ ਕੀਤਾ। ਹਰ ਰੋਜ਼ ਇੱਕ ਕਮਰੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ। ਸੰਤ ਜੀ ਮਹਾਰਾਜ ਜਾਂਦੇ। ਇੱਥੇ ਸਰਦਾਰ ਮੋਹਨ ਸਿੰਘ ਜੀ 66 ਸਾਲ ਦੀ ਆਯੂ ਵਿੱਚ 17 ਫਰਵਰੀ 1966 ਈਸਵੀ ਨੂੰ ਗੁਰਪੁਰੀ ਪਿਆਨਾ ਕਰ ਗਏ। ਸੰਤ ਜੀ ਮਹਾਰਾਜ ਦਾ ਪ੍ਰਕਿਰਤੀ ਸੁਭਾਅ ਜਨਮੇ ਦੀ ਖੁਸ਼ੀ ਕਦੇ ਕੀਤੀ ਹੈ ਨਾ ਆਪ ਜੀ ਨੇ, ਮਰੇ ਤਾਂ ਉਦਾਸ ਦਾ ਨਾ ਕਦੇ ਪ੍ਰਭਾਵ ਹੈ। ਦੁਨੀਆ ਦਾ ਦੁੱਖ ਸੁੱਖ ਜਾਣਦੇ ਨੇ ਇੱਕੋ ਜੇਖਾ, ਵਰ ਤੇ ਸਰਾਪ ਦਾ ਨਾ ਰੱਖਿਓ ਲਗਾਇਓ ਹੈ। ਸੰਗਤ ਨਿਵਾਸ ਰਖੀ ਆਸ ਹੈ ਨਾ ਕਿਸੇ ਦੇ ਵੀ, ਰਾਜੇ ਰੰਗ ਸੰਧਾ ਨਹੀਂ ਚਿਤ ਮੈਂ ਡਰਾਇਓ ਹੈ। ਜਪਦੇ ਹੀ ਸਤਨਾਮ ਨਿਤ ਦੇ ਕੇ ਮੋਹਨ ਹਰੀ, ਕਾਹੋਂ ਸੇ ਉਹਨਾਂ ਨੈਕ ਵੈਰ ਸੰਤ ਜੀ ਸੁਭਾ। ਧਰਤੀ ਨੂੰ ਪੁੱਟ ਕੇ ਜੋ ਕਈ ਸੌ ਵਿਕਾਰ ਪਈ ਸੀ, ਰੱਦੀ ਜ਼ਮੀਨ ਤੇ ਵੀ ਕਿਰਪਾ ਹੋਈ। ਜਿਹੜੇ ਟੱਕਾਂ ਦੇ ਮੁੱਢ ਸਾਫ਼ ਕਰਕੇ ਅਸਥਾਨ ਵਾਲੀ 15 ਕਵਿਗੇ ਜ਼ਮੀਨ ਆਬਾਦ ਕਰ ਲਈ, ਜਿਸ ਵਿੱਚ ਰਿਹਾਇਸ਼ੀ ਕਮਰੇ, ਦਰਬਾਰ ਸਾਹਿਬ ਦਾ ਹਾਲ, ਗੁਰੂ ਕਾ ਲੰਗਰ,
ਵੱਡਾ ਛੱਪਰ ਸੰਤ ਜੀ ਮਹਾਰਾਜ ਦਾ ਭੋਰਾ ਸਾਹਿਬ, ਕੁਝ ਕੁ ਫੁਲਵਾੜੀ ਤੇ ਸਬਜੀ ਭਾਜੀ ਵਾਸਤੇ 1-2 ਪਲਾਟ, ਬਸ ਸਾਰੀ ਇਤਨੀ ਜਗ੍ਹਾ ਹੀ ਸੀ। ਪਰ ਸੰਗਤਾਂ ਦੀ ਆਵਾਜਾਈ ਨਿਤਾ ਪ੍ਰਤੀ ਵੱਧ ਰਹੀ ਸੀ, ਇਸ ਕਰਕੇ ਇਤਨੀ ਕੁ ਜਗ੍ਹਾ ਬਹੁਤ ਥੋੜੀ ਸੀ। ਸ਼ਰਧਾਲੂ ਪ੍ਰੇਮੀ ਬਹੁਤ ਸਾਰੇ ਕਮਰੇ ਬਣਾਉਣ ਦੀ ਸੇਵਾ ਕਰਨੀ ਚਾਹੁੰਦੇ ਸਨ, ਪਰ ਅਜੇ ਤੱਕ ਇਹ ਥਾਂ ਮਾਲਕਾਂ ਦੇ ਨਾਮ ਸੀ। ਦੂਸਰਾ ਕਾਰਨ ਆਪਾਂ ਪਿੱਛੇ ਵਿਚਾਰ ਹੀ ਆਏਗਾ ਕਿ ਹਜ਼ੂਰ ਦੇ ਪ੍ਰਤਾਪ ਰੂਪੀ ਸੂਰਜ ਨੂੰ ਦੇਖ ਕੇ ਨਿੰਦਕ ਲੋਕ ਉੱਲੂ ਦੁਖੀ ਹੋ ਰਹੇ ਸਨ। ਭਾਵੇਂ ਉੱਪਰੋਂ ਵਿਰੋਧ ਕਰਨੋਂ ਹਟ ਗਏ, ਪਰ ਅਜੇ ਅੰਦਰੋਂ ਨਹੀਂ ਸੀ ਹਟੇ। ਲੁੱਤੀਆਂ ਬਾਰੇ ਪਤਾ ਵਿਦਵਾਨ ਕੀ ਕਹਿੰਦੇ ਐ, ਸੁਣਨਾ ਜਰਾ। ਲਾਮ ਲੁੱਤੀਆਂ ਬਹਿਣ ਨਾ ਦਿੰਦੀਆਂ ਨੇ, ਲਾਫਾ ਨਾਲ ਸਾ ਮੁਲਕ ਵੈਰਾਨ ਕੀਤੇ। ਮੁੱਢੋਂ ਲਾਗ ਇਹ ਹੁੰਦੀਆਂ ਆਈਆਂ ਨੇ, ਅੱਗੋਂ ਕਈਆਂ ਨੇ ਲੱਖ ਬਿਆਨ ਕੀਤੇ। ਮੀਆਂ ਕਾਦਰ ਯਾਰ ਦੀ ਅਟਲ ਸਚਾਈ, ਨਿੰਦਕ ਤੇ ਚੁਗਲ ਲੂਤੀਆਂ ਲਾ ਕੇ ਅਨੇਕਾਂ ਵੱਡੇ ਵੱਡੇ ਵਸਦੇ ਘਰਾਂ ਨੂੰ ਉਜਾੜ ਦਿੱਤੇ। ਚੁਗਲ ਕੌਣ ਹੁੰਦਾ ਹੈ ਭਾਇਆ, ਸੁਣਿਓ ਜਰਾ। ਚੁਗਲ ਕਿਹਨੂੰ ਕਿਹਾ ਜਾਂਦਾ ਹੈ? ਕਿਉਂਕਿ ਚੁਗਲ ਪੁਰਸ਼ ਹਮੇਸ਼ਾ ਚੁਗਲੀ ਕਰਨ ਵਾਸਤੇ ਤਿਆਰ ਰਹਿੰਦਾ ਹੈ। ਭੂਲ ਜਾਏ ਰਾਗ ਰਾਗਨੀ, ਤਾਲ में फर्क आए। भूल जाए बार बधु, पैर निरकारिक। भूल जाए पंडित खंडित श्लोक लिखे। भूल जाए चार मुख जगत नृतकारिक। भूल जाए राव सूत, भूल जाए राव सुत दोजक भगत पाए। भूल जाए काल समुदाय मृतकारिक। इतने विचित्र मति भूल जाए तो भूल जाए, चुगल ना भूल करे चुगली तरकारी को। चुगला ने सब तो बड़ा हथियार ਇਹ ਵੀ ਵਰਤਿਆ ਕਿ ਜੋ ਰਾੜੇ ਪਿੰਡ ਦਾ ਸਰਦਾਰ ਗਿਆਨ ਸਿੰਘ ਦੇ ਛੱਡੇ ਹੋਏ ਕਾਰਕੁਨ ਸਨ, ਉਹਨਾਂ ਨੂੰ ਆਪਣੇ ਨਾਲ ਜੋੜ ਲਿਆ ਨਿੰਦਕਾਂ ਨੇ। ਉਹਨਾਂ ਦੇ ਰਾਖੀ ਸਰਦਾਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਇਹ ਤਾਂ ਨਿਤਾ ਪ੍ਰਤੀ ਤੁਹਾਡੀ ਜ਼ਮੀਨ ਤੇ ਕਬਜ਼ਾ ਹੀ ਕਰੀ ਜਾ ਰਹੇ ਹੈ। ਹਰ ਰੋਜ਼ ਅੱਗੇ ਹੀ ਅੱਗੇ ਵਧੀ ਜਾਂਦੇ ਹੈ। ਜੇਕਰ ਇਹਨਾਂ ਨੂੰ ਨਾ ਰੋਕਿਆ ਗਿਆ ਤਾਂ ਹੌਲੀ ਹੌਲੀ ਵੱਧਦੇ ਪਿੰਡ ਤੱਕ ਪਹੁੰਚ ਜਾਣਗੇ। ਭਾਵੇਂ ਆਪ ਸਰਦਾਰ ਦਾ ਹਿਰਦਾ ਸਾਫ਼ ਸੀ, ਪਰ ਸਿੱਖੇ ਸਿਖਾਇਆ ਪੱਥਰ ਵੀ ਪਾਟ ਜਾਇਆ ਕਰਦੇ ਐ। ਇਹਨਾਂ ਦੀਆਂ ਸ਼ਿਕਾਇਤਾਂ ਸੁਣ ਕੇ ਉਸਨੇ ਕਿਹਾ, ਕੋਈ ਗੱਲ ਨਹੀਂ, ਮੈਂ ਛੁੱਟੀ ਵਾਲੇ ਦਿਨ ਆਵਾਂਗਾ ਤੇ ਇਹਨਾਂ ਨੂੰ ਬੇਨਤੀ ਕਰ ਦੇਵਾਂਗਾ ਕਿ ਮਹਾਰਾਜ ਤੁਸੀਂ ਤਾਂ ਕੇਵਲ ਬੰਦਗੀ ਕਰਨ ਵਾਸਤੇ ਇਕਾਂਤ ਅਸਥਾਨ ਚਾਹੁੰਦੇ ਸੋ, ਪਰ ਇਤਨੀ ਪ੍ਰਵਿਰਤੀ ਦਾ ਪਸਾਰਾ ਕਿਉਂ ਕਰ ਬੈਠੇ ਹੋ? ਜੋ ਪਰਮਾਰਥ ਦੇ ਰਸਤੇ ਵਾਲੇ ਜੀਵਨ ਮੁਕਤੀ ਦੇ ਆਨੰਦ ਵਿੱਚ ਪ੍ਰਤੀਬੰਧਕ ਹੈ। ਭਾਵੇਂ ਇਹ ਗੱਲ ਸਰਦਾਰ ਨੇ ਸਹਿਜ ਹੀ ਉਹਨਾਂ ਨੂੰ ਟਾਲਣ ਵਾਸਤੇ ਆਖ ਦਿੱਤੀ ਸੀ, ਪਰ ਇਹਨਾਂ ਨਿੰਦਕਾਂ ਨੇ ਆਪਣੀ ਗਿਣੀ ਮਥੀ ਗੱਲ ਅਨੁਸਾਰ ਜਾਂ ਚਾਲ ਅਨੁਸਾਰ ਸਰਦਾਰ ਦੇ ਆਉਣ ਤੋਂ ਪਹਿਲਾਂ ਹੀ ਸੰਤ ਮਹਾਰਾਜ ਨੂੰ ਬੇਨਤੀ ਕਰ ਦਿੱਤੀ ਕਿ ਸਰਦਾਰ ਗਿਆਨ ਸਿੰਘ ਕਹਿੰਦਾ, ਤੁਸੀਂ ਮੇਰੀ ਜ਼ਮੀਨ ਐਵੇਂ ਹੀ ਰੋਕੀ ਜਾਂਦੇ ਹੋ। ਮੈਂ ਵੀ ਬਾਲ ਬੱਚੇ ਵਾਲਾ ਖਾਂ, ਇਸੇ ਵਿੱਚੋਂ ਹੀ ਆਪਣੇ ਪਰਿਵਾਰ ਦੀ ਪਾਲਣਾ ਕਰਨੀ ਹੈ। ਜਿਤਨੀ ਕੁ ਮੈਂ ਦੇ ਸਕਿਆ ਤੁਹਾਨੂੰ ਦੇਤੀ, ਤੁਸੀਂ ਬੰਦਗੀ ਕਰੋ, ਬੰਦਗੀ ਵਾਸਤੇ ਇੱਥੇ ਆਏ ਹੋ। ਹੁਣ ਤੁਸੀਂ ਹੋਰ ਵੀ ਆਪਣੇ ਆਪ ਢੱਕ ਕੱਟ ਕੇ ਬੇਹੰਦੜ ਕਰਕੇ ਜਿਤਨੇ ਕੁ ਰੋਕ ਲਈ ਸੋ ਰੋਕ ਲਈ, ਅੱਗੇ ਨਾ ਵਧੋ। ਸੰਤਨ ਅਵਰਣ ਕਾਹੂ ਜਾਨੀ, ਵੇ ਪਰਵਾਹ ਸਦਾ ਰੰਗ ਹਰ ਕੈ, ਜਾ ਕੋ ਪਾਕ ਸੁਆਮੀ। ਹਜ਼ੂਰ ਨੇ ਉੱਤਰ ਦਿੱਤਾ, ਬਈ ਸਾਨੂੰ ਤਾਂ ਇਹਦਾ ਮੋਹ ਹੀ ਨਹੀਂ ਹੈਗਾ, ਅਸੀਂ ਤਾਂ ਆਤਮ ਆਨੰਦੀ ਵੀ ਪ੍ਰਵਾਹ ਸਾਧੂ ਆ। ਇਹ ਵੀ ਆਪਣੀ ਸਾਂਭ ਲੈ, ਕਿਉਂਕਿ ਅਜੇ ਉਹਨਾਂ ਦੇ ਆਪਣੇ ਨਾਂ ਹੀ ਸੀ। ਜੇਕਰ ਪ੍ਰਵਿਰਤੀ ਵੱਲ ਤੱਕ ਕੇ ਕਹਿ ਰਹੇ ਹੋ
ਇਹ ਤਾਂ ਦਿਨ ਬਾ ਦਿਨ ਵੱਧਦੀ ਹੋ ਜਾਣੀ ਹੈ। ਦਿਨ ਪ੍ਰਤੀ ਦਿਨ ਸੰਗਤਾਂ ਨੇ ਵੀ ਵਧਣਾ ਹੈ ਔਰ ਇੱਥੇ ਪਸਾਰਾ ਵੀ ਵਧਣਾ ਹੈ, ਪ੍ਰਕਿਰਤੀ ਦਾ ਪਸਾਰਾ ਹੋਣਾ ਹੈ। ਪਰ ਸਾਡੀ ਰੰਚਕ ਮਾਤਰ ਵੀ ਇਸ ਵਿੱਚ ਪਕੜਨੀ ਹੈ। ਇਉਂ ਆ ਕੇ ਸੰਤ ਜੀ ਮਹਾਰਾਜ ਤਾਂ ਚੁੱਪ ਹੋ ਗਏ ਅਤੇ ਆਪਣੇ ਭੋਰੇ ਵਿੱਚ ਚਲੇ ਗਏ। ਇਸ ਪ੍ਰਥਾਏ ਕਿਸੇ ਵਿਦਵਾਨ ਦਾ ਬੜਾ ਸੁੰਦਰ ਲਿਖਿਆ ਹੋਇਆ ਹੈ। ਤਰਦਾਮਨੀ ਪਰ ਹਮਰੀ ਨਾ ਜਾਈਏ ਐਸੇਖ, दामन निचोड़ दे तो फरिश्ते भी वजू करें। ਅਤੇ ਆਮ ਕਹਾਵਤ ਹੈ, all that glitters is not gold। ਉਸੇ ਦਿਨ ਸ਼ਾਮ ਦੇ ਦੀਵਾਨ ਦੀ ਸਮਾਪਤੀ ਹੋਈ। ਉਪਰੰਤ ਅਸਥਾਨ ਵਾਸੀ ਸੇਵਾਦਾਰਾਂ ਨੂੰ ਪਾਸ ਬੁਲਾ ਕੇ ਕਿਹਾ, ਅਸੀਂ ਹੁਣ ਕੁਝ ਕੁ ਸਮੇਂ ਲਈ ਕਿਸੇ ਨੂੰ ਬਿਨਾਂ ਦੱਸੇ ਵਿਚਰਨਾ ਚਾਹੁੰਦੇ ਹਾਂ। ਤੁਹਾਡੀ ਮਰਜ਼ੀ ਹੈ, ਇੱਥੇ ਰਹਿਣਾ ਰਹਿ ਸਕਦੇ ਹੋ। ਕਿਸੇ ਹੋਰ ਸਥਾਨ ਦੀ ਯਾਤਰਾ ਤੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਚਲੇ ਜਾਓ। ਆ ਡੇਰੇ ਦਾ ਸਾਮਾਨ ਵੀ ਕਿਸੇ ਹੋਰ ਸਥਾਨ ਤੇ ਛੱਡ ਆਓ, ਪਰ ਇਸ ਗੱਲ ਦਾ ਭੇਦ ਕਿਸੇ ਨੂੰ ਦੱਸਣਾ ਨਹੀਂ। ਹਜ਼ੂਰ ਦੀ ਰਸਨਾ ਤੋਂ ਇਸ ਪ੍ਰਕਾਰ ਦੇ ਅਚਾਨਕ ਬਚਨ ਸੁਣ ਕੇ ਹਜ਼ੂਰ ਵਿੱਚ ਰਹਿਣ ਵਾਲੀ ਸਾਰੀ ਸੰਗਤ ਹੈਰਾਨ ਜੀ ਹੋ ਗਈ। ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਿਵਾਜ, ਅਸੀਂ ਤਾਂ ਹਜ਼ੂਰ ਦੇ ਹੁਕਮ ਅਨੁਸਾਰ ਚੱਲਣ ਦਾ ਪ੍ਰਣ ਕੀਤਾ ਹੋਇਆ ਹੈ, ਪਰ ਲਹੂ ਪਾਣੀ ਇੱਕ ਕਰਕੇ ਮਸਾ ਇਹ ਜਗ੍ਹਾ ਆਬਾਦ ਕੀਤੀ ਹੈ। ਹੁਣ ਇਸ ਨੂੰ ਛੱਡ ਕੇ ਜਾਣ ਦਾ ਹੁਕਮ ਦੇ ਰਹੇ ਹੋ। ਦੂਜੀ ਗੱਲ ਇਹ ਹੈ ਕਿ ਸਾਡਾ ਤਾਂ ਘਰ ਘਾਟ ਹੁਣ ਹਜ਼ੂਰ ਦੇ ਚਰਨਾਂ ਤੋਂ ਬਿਨਾ ਹੋਰ ਕਿਤੇ ਹੈ ਹੀ ਨਹੀਂ। ਕਿੱਥੇ ਜਾਈਏ ਸੱਚ ਪਾਤਸ਼ਾਹ। ਇਹੋ ਗੁਰਮੁਖ ਸਿੰਘ ਬੇਨਤੀਆਂ ਕਰੇਗੇ ਹਨ। ਕਈ ਕੋ ਨਗਰਾਂ ਦੇ ਪ੍ਰੇਮੀਆਂ ਜੋ ਹਰ ਰੋਜ਼ ਸ਼ਾਮ ਦੇ ਦੀਵਾਨ ਵਿੱਚ ਪੁੱਜਦੇ, ਉਹ ਵੀ ਬੜੇ ਹੈਰਾਨ ਤੇ ਉਦਾਸ ਹੋਏ। ਉਹਨਾਂ ਨੇ ਉਸੇ ਸਮੇਂ ਹੀ ਆਪਣੇ ਪਿੰਡਾਂ ਵਿੱਚ ਜਾ ਕੇ ਰੌਲਾ ਪਾ ਦਿੱਤਾ ਕਿ ਸਵੇਰੇ ਸੰਤ ਜੀ ਮਹਾਰਾਜ ਕਿਤੇ ਪਾਸੇ ਜਾ ਰਹੇ ਨੇ, ਪਰ ਪਤਾ ਨਹੀਂ ਕਿੱਥੇ ਜਾ ਰਹੇ ਨੇ ਤੇ ਕਿਉਂ ਜਾ ਰਹੇ ਨੇ। ਜਦੋਂ ਇਲਾਕੇ ਦੀ ਸੰਗਤ ਨੂੰ ਪਤਾ ਲੱਗਾ ਤਾਂ ਸੰਤ ਮਹਾਰਾਜ ਦਾ ਮਨ ਉਪਰਾਮ ਹੋ ਗਿਆ। ਉਪਰਾਮ ਹੋਇਆ, ਉਹ ਵੀ ਇਕੱਠੇ ਹੋ ਕੇ ਆਪੋ ਆਪਣੇ ਵਿਚਾਰਾਂ ਕਰਨ ਲੱਗ ਪਏ। ਕੋਈ ਕਹੇ ਅਸੀਂ ਚੱਲ ਕੇ ਬੇਨਤੀ ਕਰਦੇ ਹਾਂ ਕਿ ਸਾਡੇ ਪਿੰਡ ਦੇ ਗੁਰਦੁਆਰੇ ਆ ਜਾਓ, ਅਸੀਂ ਉਹਨਾਂ ਦੀ ਸੇਵਾ ਕਰਾਂਗੇ। ਕੋਈ ਕਹਿੰਦਾ ਅਸੀਂ ਆਪਣੇ ਪਿੰਡ ਦੀ ਜੂਹ ਵਿੱਚ ਸਾਂਝਾ ਥਾਂ ਛੱਡ ਦਿੰਦੇ ਹਾਂ, ਜਿੱਥੇ ਜਗ੍ਹਾ ਬਣਾ ਲੈਣ, ਉੱਥੇ ਜਗ੍ਹਾ ਬਣਾ ਲੈਣ ਜਿੱਥੇ ਉਹਨਾਂ ਦਾ ਮਨ ਕਰੇ। ਕੋਈ ਕਹਿੰਦਾ ਸਾਡੇ ਪਿੰਡ ਸ਼ਾਮ ਲਾਟ ਪਈ ਹੈ, ਉਹ ਵਰਤ ਲੈਣ। ਬਸ ਆਪੋ ਆਪਣੀ ਸ਼ਰਧਾ ਅਨੁਸਾਰ ਸਾਰੇ ਪਿੰਡਾਂ ਦੇ ਪ੍ਰੇਮੀ ਆਪਸ ਵਿੱਚ ਵਿਚਾਰਾ ਕਰਨ ਲੱਗ ਪਏ। ਪਰ ਸਭ ਤੋਂ ਪਹਿਲਾਂ ਉਦਮ ਕਰਨ ਵਾਲੇ ਹੀ ਬਾਜੀ ਮਾਰ ਜਾਇਆ ਕਰਦੇ ਹਨ, ਬਾਕੀ ਗੱਲਾਂ ਵਾਲੇ ਰਹਿ ਜਾਂਦੇ ਹਨ। ਕਟਾਰੀ ਨਗਰ ਤੇ ਕਿਰਪਾ। ਵੱਡੇ ਮਹਾਪੁਰਸ਼ਾਂ ਦੇ ਕਈ ਵਾਰੀ ਚਰਨ ਪੈਣ ਨਾਲ ਕਟਾਰੀ ਪਿੰਡ ਦੇ ਭਾਗ ਜਾਗ ਪਏ ਸਨ। ਸੱਚਮੁੱਚ ਇਹ ਨਗਰ ਸ਼ਰਧਾਲੂਆਂ ਵਾਸਤੇ ਤੀਰਥੀ ਬਣ ਗਿਆ ਸੀ। ਸਰਦਾਰ ਉਲੀਆ ਦੇ ਪਰਿਵਾਰ ਅਤੇ ਹੋਰ ਪ੍ਰੇਮੀਆਂ ਦੀ ਸੇਵਾ ਤੇ ਪ੍ਰਸੰਨ ਹੋ ਕੇ ਹਜ਼ੂਰ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲੇ ਆਖਿਆ ਕਰਦੇ ਸਨ ਕਿ ਸਾਨੂੰ ਤਾਂ ਇਹਨਾਂ ਪ੍ਰੇਮੀਆਂ ਦੀ ਸੇਵਾ ਨੇ ਆਪਣੇ ਵਸ ਵਿੱਚ ਹੀ ਕਰ ਲਿਆ ਹੈ। ਜੀ ਕਰਦਾ ਹੈ ਕਿ ਏਸੀ ਨਗਰ ਦੀ ਜੂਹ ਦੇ ਵਿੱਚ ਨਹਿਰ ਦੇ ਕੰਢੇ ਤੇ ਇਕਾਂਤ ਅਸਥਾਨ ਉੱਤੇ ਬੰਦਗੀ ਕਰੀਏ, ਪਰ ਅਜੇ ਸਮਾਂ ਨਹੀਂ ਆਇਆ। ਇਸ ਧਰਤੀ ਨੂੰ ਹਜ਼ੂਰ ਹੀ ਭਾਗ ਲਗਾਏ, ਜ਼ਰੂਰ ਹੀ ਭਾਗ ਲੱਗੇਗਾ, ਹਜ਼ੂਰ ਹੀ ਭਾਗ ਲਾਉਣਗੇ। ਕ੍ਰਿਸ਼ਨ ਜੀ ਦੀ ਬੰਦਗੀ ਵਾਂਗ, ਕ੍ਰਿਸ਼ਨ ਜੀ ਦੀ ਬੰਸਰੀ ਵਾਂਗ ਕਿਸੇ ਕਰਨੀ ਵਾਲੇ ਮਹਾਪੁਰਸ਼ ਦੇ ਕੀਰਤਨ ਦੀਆਂ ਧੁਨੀਆਂ ਇਸ ਬੇਲੇ ਨੂੰ ਗੁੰਜਾ ਦੇਣਗੀਆਂ।
ਇਸ ਧਰਤੀ ਦੀ ਧੂੜੀ ਦੇ ਕਿਣਕੇ ਚੁੰਮ ਕੇ ਸ਼ਰਧਾਲੂ ਫਿਰਦੇ ਆਪਣੇ ਆਪ ਨੂੰ ਧੰਨ ਭਾਗੀ ਸਮਝਿਆ ਕਰਨਗੇ। ਇਹੋ ਜਿਹੇ ਹੋਰ ਵੀ ਬਹੁਤ ਸਾਰੇ ਭਵਿੱਖਤ ਵਾਕ ਕਹੇ। ਲੋਕੀ ਕਹਿੰਦੇ ਹਨ 12 ਵਰਿਆਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ, ਪਰ ਜੋ ਹਜ਼ੂਰ ਦਾ ਮਹਾਵਾਕ ਹੈ, ਅੰਡ ਬਿਨਾਸੀ ਜੇਰ ਬਿਨਾਸੀ ਉਤ ਭੁਜ ਸੇਤ ਬਿਨਾਦਾ, ਚਾਰ ਬਿਨਾਸੀ ਖਟੈ ਬਿਨਾਸੀ ਇੱਕ ਸਾਧ ਬਚਨ ਨੇਹ ਚਲਾਦਾ। ਇਸ ਨੂੰ ਮੇਟਣ ਵਾਸਤੇ ਕੌਣ ਸਮਰੱਥ ਹੈ? ਜੋ ਪਹਿਲੀ ਟੱਕੀ ਦੀਆਂ ਰੌਣਕਾਂ ਤੱਕਣ ਵਾਲੇ ਸੱਜਣ ਸਨ, ਉਸ ਸਮੇਂ ਉਹਨਾਂ ਦੇ ਇਹ ਗੱਲ ਚੇਤੇ ਵੀ ਨਹੀਂ ਸੀ ਕਿ ਕਿਸੇ ਸਮੇਂ ਇਸ ਭਿਆਨਕ ਸੁਰਵਾੜ ਦੇ ਝੱਲ ਵਿੱਚ ਜਿੱਥੇ ਇਕੱਲੇ ਮੁਸਾਫਰ ਨੂੰ ਲੰਘਦੇ ਆ, ਦਿਨ ਦੇ ਸਮੇਂ ਵੀ ਭੈ ਆਉਂਦਾ ਹੈ, ਇੱਥੇ ਰੌਣਕਾਂ ਹੋ ਜਾਣਗੀਆਂ। ਕਟਾਰੀ ਨਗਰ ਦੇ ਸ਼ਰਧਾਲੂਆਂ ਚੋਂ ਸਰਦਾਰ ਨੰਦ ਸਿੰਘ ਗੁਰੂ ਘਰ ਦਾ ਵੱਡਾ ਪ੍ਰੇਮੀ ਤੇ ਨਿਤਨੇਮੀ ਸੀ। ਇਸ ਦੇ ਘਰੋਂ ਮਾਤਾ ਦਇਆ ਕੌਰ ਤੇ ਪ੍ਰਤਾਪ ਕੌਰ ਤੋਂ 3 ਲੜਕਿਆਂ ਦਾ ਜਨਮ ਹੋਇਆ। ਸਰਦਾਰ ਬਿਸ਼ਨ ਸਿੰਘ, ਸਰਦਾਰ ਹਜੂਰਾ ਸਿੰਘ, ਸਰਦਾਰ ਜੀਵਾ ਸਿੰਘ। ਜਦੋਂ ਇਹਨਾਂ ਗੁਰਮੁਖਾਂ ਨੂੰ ਪਤਾ ਲੱਗਾ ਕਿ ਸੰਤ ਜੀ ਮਹਾਰਾਜ ਦਾ ਖਿਆਲ ਕਿਸੇ ਹੋਰ ਜਗ੍ਹਾ ਤੇ ਜਾਣ ਦਾ ਹੈ, ਤਾਂ ਇਹਨਾਂ ਨੇ ਪਹਿਲ ਕੀਤੀ। ਹਾਂਸ ਪਿੰਡ ਤੋਂ ਬੀਬੀ ਬਲਵੰਤ ਕੌਰ ਦੀ ਸ਼ਾਦੀ ਕਟਾਰੀ ਨਗਰ ਦੇ ਹਜੂਰਾ ਸਿੰਘ ਨਾਲ ਹੋ ਗਈ। ਇਸ ਦੀ ਸੰਗਤ ਨੇ ਇਹਨਾਂ ਦੇ ਜੀਵਨ ਨੂੰ ਪਲਟਾ ਦਿੱਤਾ। ਬੀਬੀ ਬਲਵੰਤ ਕੌਰ ਦੀ ਪ੍ਰੇਰਣਾ ਨਾਲ ਸਰਦਾਰ ਹਜੂਰਾ ਸਿੰਘ ਤੇ ਜੀਵਾ ਸਿੰਘ ਦੋਨੋਂ ਭਰਾ ਹੋਰ ਨਗਰਾਂ ਦੀਆਂ ਪੰਚਾਇਤਾਂ ਲੈ ਕੇ ਸਵਖਤੇ ਹਜ਼ੂਰ ਦੇ ਚਰਨਾਂ ਦੇ ਵਿੱਚ ਜਾ ਹਾਜ਼ਰ ਹੋਏ। ਅਰਜ਼ ਕੀਤੀ ਗਰੀਬ ਨਿਵਾਜ, ਆਪ ਜੀ ਨੇ ਸਾਡੇ ਪਿਛਲੇ ਪੁੰਨਾਂ ਦੀ ਪ੍ਰੇਰਣਾ ਅਨੁਸਾਰ ਇਸ ਧਰਤੀ ਤੇ ਪਾਵਨ ਚਰਨ ਪਾ ਕੇ ਸ਼੍ਰੀਮਾਨ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਬਚਨਾਂ ਨੂੰ ਸਫਲਿਆਂ ਕੀਤਾ ਹੈ, ਜੋ ਕਿਸੇ ਸਮੇਂ ਇਸ ਇਲਾਕੇ ਵਾਸੀ ਪ੍ਰੇਮੀਆਂ ਦੀ ਅਰਜ਼ ਸੁਣ ਕੇ ਸ਼੍ਰੀਮਾਨ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲਿਆਂ ਨੇ ਕਿਹਾ ਸੀ ਕਿ ਭਾਈ ਤੁਹਾਡੇ ਇਲਾਕੇ ਵਿੱਚ ਕਿਸੇ ਹੋਰ ਸਰੂਪ ਦੇ ਵਿੱਚ ਆਵਾਂਗੇ, ਨਾਮ ਬਾਣੀ ਦਾ ਪ੍ਰਚਾਰ ਤੇ ਖੰਡੇ ਦਾ ਅੰਮ੍ਰਿਤ ਪਾਨ ਕਰਵਾਵਾਂਗੇ। ਇਹ ਪ੍ਰਸੰਗ ਆਪਾਂ ਪੱਛਮੀ ਪ੍ਰਕਾਸ਼ ਗ੍ਰੰਥ ਵਿੱਚ ਵਿਚਾਰਾਂਗੇ ਭਾਈ। ਅਤੇ ਪਿੰਡ ਕਟਾਰੀ ਨੂੰ ਦਿੱਤੇ ਹੋਏ ਬਾਬਾ ਅਤਰ ਸਿੰਘ ਮਹਾਰਾਜ ਜੀ ਰੇਰੂ ਸਾਹਿਬ ਵਾਲਿਆਂ ਦੇ ਵਰਾਂ ਨੂੰ ਵੀ ਪੂਰਿਆਂ ਕੀਤਾ। ਹੁਣ ਸਾਨੂੰ ਵਿਛੋੜਾ ਦੇ ਕੇ ਕਿਸੇ ਹੋਰ ਪਾਸੇ ਜਾਣਾ ਚਾਹੁੰਦੇ ਹੋ? ਇਹ ਹਿਰਦੇ ਵੇਦਕ ਖਬਰ ਜੰਗਲ ਦੀ ਅੱਗ ਵਾਂਗ ਸਾਰੇ ਇਲਾਕੇ ਵਿੱਚ ਫੈਲ ਗਈ। ਸਾਨੂੰ ਤਾਂ ਮਹਾਰਾਜ ਸਾਰੀ ਰਾਤ ਨੀਂਦਰ ਨਹੀਂ ਪੈਂਦੀ। ਰਾਤੋਂ ਰਾਤ ਦੁਆਲੇ ਦੇ ਪਿੰਡਾਂ ਦੀਆਂ ਪੰਚਾਇਤਾਂ ਇਕੱਠੀਆਂ ਕਰਕੇ ਸਵੇਰੇ 2 ਵਜੇ ਤੋਂ ਪਹਿਲਾਂ ਦੇ ਹੀ ਇੱਥੇ ਆਏ ਬੈਠੇਗਾ। ਹੁਣ ਆਪ ਹੁਕਮ ਕਰੋ, ਸਾਡੇ ਮਕਾਨ, ਜ਼ਮੀਨਾਂ, ਮਾਲ, ਪਸ਼ੂ ਤੇ ਹੋਰ ਸਾਰਾ ਪਦਾਰਥ ਆਪ ਜੀ ਦੀ ਬਖਸ਼ੀ ਹੋਈ ਦਾਤ ਹੈ। ਜੇ ਤੁਹਾਡੀ ਸੇਵਾ ਵਿੱਚ ਲੱਗੇ ਅਸੀਂ ਸਫਲਾ ਸਮਝਾਂਗੇ। ਸਾਡੇ ਧੰਨ ਭਾਗ ਹਨ ਜੋ ਇਸ ਪਵਿੱਤਰ ਸੇਵਾ ਦਾ ਮੌਕਾ ਤੁਸੀਂ ਸਾਨੂੰ ਬਖਸ਼ੋ। ਨਹਿਰ ਦੇ ਪਾਰ ਹਜ਼ੂਰ ਦੀ ਬਖਸ਼ੀ ਹੋਈ ਕਟਾਰੀ ਨਗਰ ਪਿੰਡ ਵੱਲ ਦੇ ਪਾਸੇ ਦੀ 500 ਬਿੱਗੇ ਜ਼ਮੀਨ ਹੈ। ਜਿਤਨੀ ਕਹੋ ਮੈਂ ਅਰਦਾਸ ਕਰਵਾਉਣ ਲਈ ਤਿਆਰ ਹਾਂ। ਸੰਤ ਜੀ ਮਹਾਰਾਜ ਕਹਿਣ ਲੱਗੇ, ਪ੍ਰੇਮਿਓ ਅਸੀਂ ਤਾਂ ਪ੍ਰਵਿਰਤੀ ਦੇ ਝਮੇਲੇ ਤੋਂ ਨਿਰਲੇਪ ਰਹਿ ਕੇ ਇੱਥੇ ਕੇਵਲ ਬੰਦਗੀ ਕਰਨ ਵਾਸਤੇ ਆਏ ਹਾਂ, ਪਰ ਸਰੀਰ ਦੀ ਪ੍ਰਾਰਬਧ ਨੇ ਇੱਥੇ ਬਦੋਬਦੀ ਪ੍ਰਵਿਰਤੀ ਦਾ ਅਡੰਬਰ ਜਿਹਾ ਰਚ ਦਿੱਤਾ ਹੈ। ਇਹਨਾਂ ਪ੍ਰੇਮੀਆਂ ਨੇ ਫਿਰ ਅਰਜ਼ ਕੀਤੀ, ਗਰੀਬ ਨਿਵਾਜ, ਆਪ ਜੀ ਨੂੰ ਪ੍ਰਵਿਰਤੀ ਦਾ ਪਸਾਰਾ ਕਦੇ ਅਤੇ ਕਿਸੇ ਪ੍ਰਕਾਰ ਵੀ ਮੋਹ ਨਹੀਂ ਸਕੇਗਾ। ਆਪ ਤਾਂ ਸਦੀਵ ਹੀ ਜਲ ਵਿੱਚ ਕਮਲ ਸਮਾਨ ਨਿਰਲੇਪ ਤੇ ਅਸੰਗ ਹੋ। ਇਹ ਤਾਂ ਮਹਾਰਾਜ, ਇਹ ਤਾਂ ਸਾਡੇ ਹੀ ਪਿਛਲੇ ਜਨਮਾਂ ਦੇ ਪੁੰਨ ਕਰਮ ਹਨ। ਪੁੰਨਾ ਕਰਕੇ ਆਪ ਜੀ ਨੇ ਇੱਥੇ ਚਰਨ ਪਾਏ ਨੇ।
ਹੁਣ ਵੀ ਕਿਰਪਾ ਕਰੋ, ਜਿਵੇਂ ਸੁੱਤਿਆਂ ਨੂੰ ਜਗਾ ਕੇ ਨਾਮ ਦੀ ਜਾਗ ਲਗਾ ਦਿੱਤੀ ਹੈ, ਤਿਵੇਂ ਇਸ ਨੂੰ ਤੋੜ ਨਿਭਾਓ। ਹਜ਼ੂਰ ਦਾ ਮਹਾਵਾਕ ਹੈ, ਨਾਨਕ ਕੱਚੜਿਆਂ ਸੇ ਤੋੜ, ਢੂੰਡ ਸੱਜਣ ਸੰਤ ਪੱਕਿਆ। ਓਏ ਜੀ ਬੰਦੇ ਵਿਛੜੇ, ਓਏ ਮੋਇਆ ਨਾ ਜਾਈ ਛੋੜ। ਇਹਨਾਂ ਦੀ ਬੇਨਤੀ ਸੁਣ ਕੇ ਵੱਡੇ ਸੰਤ ਮਹਾਰਾਜ ਤਾਂ ਚੁੱਪ ਕਰ ਗਏ। ਫੇਰ ਸੰਗਤ ਨੇ ਛੋਟੇ ਮਹਾਰਾਜ ਨੂੰ ਅਰਜ਼ ਕੀਤੀ, ਆਪ ਦੋਵੇਂ ਮਹਾਪੁਰਸ਼ ਇੱਕੋ ਰੂਪ ਹੋ ਅਤੇ ਇੱਕੋ ਦੇਸ਼ ਦੇ ਵਾਸੀ ਹੋ। ਇੱਕੋ ਦੇਸ਼ ਦੇ ਵਾਸੀ ਹੋਣ ਕਰਕੇ ਪਰਮ ਪ੍ਰੀਤਵਾਨ ਵੀ ਹੋ। ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਵੱਡੇ ਸੰਤ ਜੀ ਮਹਾਰਾਜ ਨੇ ਆਪ ਤਾਂ ਪਿਛਲਾ ਪਿਆਰ ਅਨੁਭਵ ਕਰਕੇ ਹੀ ਇਕੱਠੇ ਰਹਿਣ ਦਾ ਬਚਨ ਕੀਤਾ ਹੈ। ਹੁਣ ਤੁਸੀਂ ਸਾਡੇ ਤੇ ਤਰਸ ਕਰਕੇ ਇਹਨਾਂ ਨੂੰ ਇੱਥੇ ਰਹਿਣ ਵਾਸਤੇ ਮਨਾਓ। ਉਸ ਸਮੇਂ ਛੋਟੇ ਸੰਤ ਜੀ ਮਹਾਰਾਜ ਨੇ ਇਹਨਾਂ ਦੀ ਦਿੱਤੀ ਸ਼ਰਧਾ, ਇਹਨਾਂ ਦੀ ਦਿਲੀ ਸ਼ਰਧਾ ਤੱਕ ਕੇ ਵੱਡੇ ਮਹਾਪੁਰਸ਼ਾਂ ਨੂੰ ਇਹ ਕਹਿਣਾ ਕੀਤਾ ਕਿ ਮਹਾਰਾਜ, ਇਹਨਾਂ ਗੁਰਮੁਖਾਂ ਦਾ ਪ੍ਰੇਮ ਠਕਰਾਉਣ ਵਾਲਾ ਨਹੀਂ ਹੈ। ਆਪ ਹੁਣ ਇੱਥੇ ਦਰਸ਼ਨ ਦਿਓ। ਵੱਡੇ ਸੰਤ ਜੀ ਮਹਾਰਾਜ ਨੇ ਆਪਣੇ ਗੁਰੂ ਭਾਈ ਛੋਟੇ ਸੰਤ ਜੀ ਮਹਾਰਾਜ ਦੇ ਇਸ ਵਚਨ ਨੂੰ ਸੁਣਿਆ। ਸਾਰੀ ਸੰਗਤ ਤੇ ਇਲਾਕੇ ਦੇ ਮੁਖੀਆਂ ਦੀ ਦੁਬਾਰਾ ਕੀਤੀ ਅਰਜ਼ ਵੱਲ ਧਿਆਨ ਕੀਤਾ। ਨਾਲ ਹੀ ਨਿਮਰਤਾ ਭਰੇ ਬਚਨਾਂ ਵਿੱਚ ਸ਼ਬਦਾਂ ਵਿੱਚ ਉੱਤਰ ਦਿੱਤਾ, ਗੁਰਮੁਖੋ ਇਹ ਸਾਡੇ ਵੱਸ ਦੀ ਗੱਲ ਨਹੀਂ ਹੈ, ਕਿਉਂਕਿ ਇੱਥੇ ਰਹਿਣਾ ਤੇ ਹੋਰ ਕਿਤੇ ਜਾਣਾ ਇਹ ਸਾਡਾ ਆਪਣਾ ਕੋਈ ਸੰਕਲਪ ਨਹੀਂ ਹੈਗਾ। ਜੋ ਕੁਝ ਹੋ ਰਿਹਾ ਹੈ ਇਹ ਸਾਰਾ ਨਿਰੰਕਾਰ ਦੀ ਪ੍ਰੇਰਣਾ ਅਨੁਸਾਰ ਹੀ ਹੋ ਰਿਹਾ ਹੈ। ਜੀਵਾਂ ਦੇ ਮਿਸ਼ਰਤ ਪੁੰਨਾਂ ਦੁਆਰਾ ਹੋ ਰਿਹਾ ਹੈ। ਸਰੀਰ ਦੀ ਪ੍ਰਾਰਬਧ ਤੇ ਪ੍ਰੇਮੀਆਂ ਦੇ ਸ਼ੁਭ ਅਸ਼ੁਭ ਕਰਮ ਹੀ ਪ੍ਰੇਰਦੇ ਹਨ। ਜੇਕਰ ਤੁਹਾਡਾ ਤੀਬਰ ਸੰਕਲਪ ਹੈ ਤਾਂ ਸਤਿਗੁਰਾਂ ਦੀ ਆਗਿਆ ਲੈ ਲੈਂਦੇਗਾ। ਜਿਵੇਂ ਅਰਸ਼ੀ ਹੁਕਮ ਹੋਵੇਗਾ ਉਸੇ ਤਰ੍ਹਾਂ ਹੀ ਕੀਤਾ ਜਾਵੇਗਾ। ਉਸ ਸਮੇਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਅਰਦਾਸ ਕਰਕੇ ਦੋ ਪਰਚੀਆਂ ਪਾਈਆਂ ਗਈਆਂ, ਇੱਕ ਇਲਾਕੇ ਦੀ ਸੰਗਤ ਵੱਲੋਂ ਅਤੇ ਇੱਕ ਆਪਣੇ ਵੱਲੋਂ। ਪ੍ਰੇਮੀ ਸੋਚਦੇ ਸਨ ਅੱਜ ਸਾਡੇ ਕਰਮਾਂ ਦਾ ਇਮਤਿਹਾਨ ਹੋ ਰਿਹਾ ਹੈ, ਦੇਖੋ ਕਿਸਮਤ ਦਾ ਸਿਤਾਰਾ ਚਮਕਦਾ ਹੈ ਕਿ ਨਹੀਂ। ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣੀਆਂ ਮਨੋ ਬੇਨਤੀਆਂ ਇਉਂ ਕਰ ਰਹੇ ਹਨ, ਓਹ ਕਿਰਪਾਲ ਸੁਆਮੀ ਮੇਰੇ ਸੰਤਾ ਸੰਗ ਬਿਖਾਵੇ। ਤੁਧ ਪੁੱਲੇ ਸੇ ਜਮ ਜਮ ਮਰਦੇ, ਤਿਨ ਕਦੇ ਨ ਚੂਕਨ ਖਾਵੇ। हे ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ, ਆਪ ਕਿਰਪਾ ਕਰੋ, ਸਾਡੇ ਗੁਨਾਹ ਵੱਲ ਨਾ ਤੱਕੋ। ਇਹ ਅੰਮ੍ਰਿਤ ਦਾ ਚਸ਼ਮਾ ਸਦਾ ਜਾਰੀ ਰਵੇ। ਇਸ ਦੀ ਛੋਹ ਨਾਲ ਸਾਡੇ ਮੁਰਦੇ ਸਰੀਰਾਂ ਨੂੰ ਅਮਰ ਜੀਵਨੀਆਂ ਮਿਲਦੀਆਂ ਰਹਿਣ। ਇਹੋ ਜਦੋਂ ਅਰਦਾਸ ਕਰਕੇ ਪਰਚੀ ਚੁੱਕੀ ਤਾਂ ਇੱਥੇ ਰਹਿਣ ਦਾ ਹੀ ਹੁਕਮ ਹੋਇਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਸ ਸਮੇਂ ਸਾਰੇ ਹੀ ਪ੍ਰੇਮੀਆਂ ਦੇ ਮਨ ਖੁਸ਼ੀ ਦੇ ਵਿੱਚ ਗਦਗਦ ਹੋ ਗਏ। ਇਉਂ ਟਹਿਕ ਪਏ ਜਿਵੇਂ ਸਵੇਰ ਦੇ ਸੂਰਜ ਦੀਆਂ ਕਿਰਨਾਂ ਨਾਲ ਰਾਤਰੀ ਦੇ ਬੰਦ ਹੋਏ ਕਮਲ ਖਿੜਦੇ ਐ। ਉਸ ਸਮੇਂ ਇੱਕ ਦੂਸਰੇ ਤੋਂ ਕਾਲੇ ਪੈ ਕੇ ਡੇਰੇ ਵਾਸਤੇ ਜ਼ਮੀਨ ਦੀਆਂ ਅਰਦਾਸਾਂ ਕਰਾਉਣ ਲੱਗ ਪਏ। ਆਪੋ ਆਪਣੇ ਨਾਮ ਵੀ ਪੇਸ਼ ਕਰਨ ਲੱਗ ਪਏ। ਸਭ ਤੋਂ ਪਹਿਲਾਂ ਸਰਦਾਰ ਜੀਵਾ ਸਿੰਘ ਨੇ ਅਰਜ਼ ਕੀਤੀ, ਹਜੂਰ ਸਾਡੀ ਨਹਿਰ ਤੋਂ ਪਾਰ ਜ਼ਮੀਨ ਹੈ, ਆਪ ਹੁਕਮ ਕਰੋ, ਜਿਤਨੀ ਕਹੋ ਅਰਦਾਸ ਕਰ ਦਿੰਦੇ ਹਾਂ। ਸੰਤ ਜੀ ਮਹਾਰਾਜ ਕਹਿਣ ਲੱਗੇ, ਅਸੀਂ ਨਹਿਰ ਤੋਂ ਪਾਰ ਪਿੰਡ ਦੇ ਨੇੜੇ ਤਾਂ ਜਾਣਾ ਹੀ ਨਹੀਂ ਹੈਗਾ, ਇਸੇ ਪਾਸੇ ਸਰਵਾੜ ਦੇ ਝੱਲਾਂ ਵਿੱਚ ਹੀ ਰਹਿਣਾ ਹੈ। ਪਹਿਲਾਂ ਵਾਂਗ ਨੀਲੇ ਅੰਬਰ ਹੇਠਾਂ ਸਮਾਂ ਬਤੀਤ ਕਰਨਾ ਹੈ। ਇਸ ਕਾਰਜ ਵਾਸਤੇ ਅਸੀਂ ਇੱਕ ਪ੍ਰੇਮੀ ਤੇ ਬਹੁਤਾ ਭਾਰ ਨਹੀਂ
ਪਾਉਣਾ ਚਾਹੁੰਦੇ, ਸੇਵਾ ਦੁਆਰਾ ਸਾਰਿਆਂ ਦਾ ਭਲਾ ਕਰਨਾ ਹੈ। ਉਸ ਸਮੇਂ ਇਹਨਾਂ ਨੇ ਕਿਹਾ, ਮਹਾਰਾਜ ਸਾਡੀ ਜ਼ਮੀਨ ਤਾਂ ਨਹਿਰ ਤੋਂ ਪਾਰ ਵੀ ਹੈ, ਪਰ ਅਸੀਂ ਉਸ ਦੇ ਬਦਲੇ ਇਸ ਪਾਸੇ ਵਟਾ ਕੇ ਤੁਹਾਨੂੰ ਦੇ ਦਿੰਦੇ ਹਾਂ। ਹਜ਼ੂਰ ਕਹਿਣ ਲੱਗੇ, ਤੁਸੀਂ ਇਹ ਗੱਲ ਸੰਤਾਂ ਨਾਲ ਕਰ ਲਵੋ। ਇਉਂ ਕਹਿ ਕੇ ਆਪ ਭੋਰਾ ਸਾਹਿਬ ਵਿੱਚ ਚਲੇ ਗਏ। ਇਹਨਾਂ ਨੇ ਛੋਟੇ ਸੰਤ ਮਹਾਰਾਜ ਨੂੰ ਬੇਨਤੀ ਕਰਕੇ ਪ੍ਰਵਾਨਗੀ ਲੈ ਲਈ ਅਤੇ ਆਪਣੀ ਨਹਿਰ ਤੋਂ ਪਾਰ 12 ਬਿੱਗੇ ਚੰਗੀ ਬਾਹਣ ਯੋਗ ਜ਼ਮੀਨ ਦੇ ਕੇ ਉਹਦੇ ਬਦਲੇ ਨਹਿਰ ਦੇ ਉਰਾਰ 24 ਬਿੱਗੇ ਅਣਵਾਸ ਸਰਵਾੜ ਦੇ ਟਿੱਬਿਆਂ ਵਾਲੀ ਕਈ ਘਰਾਂ ਨਾਲ ਬੰਜਰ ਜ਼ਮੀਨ ਵਟਾ ਲਈ, ਜੋ ਇਧਰ ਵੀ ਕਟਾਰੀ ਪਿੰਡ ਦੀ ਸੀ। ਫੇਰ ਕੁਝ ਕੁ ਇਹਨਾਂ ਦੇ ਵੱਡੇ ਭਰਾ ਬਿਸ਼ਨ ਸਿੰਘ ਨੇ ਵੀ ਦੇ ਦਿੱਤੀ। ਹਜੂਰਾ ਸਿੰਘ ਤੇ ਜੀਵਾ ਸਿੰਘ ਉਹ ਦੋਵੇਂ ਇਕੱਠੇ ਹੀ ਸਨ, ਇਹ ਇਕੱਲਾ ਸੀ। ਉਸ ਤੋਂ ਬਾਅਦ ਕਿਸੇ ਨੇ ਵਿੱਗਾ, ਕਿਸੇ ਨੇ ਅੱਧਾ ਵਿੱਗਾ, ਕਿਸੇ ਨੇ 2 ਵਿੱਗੇ, ਜਿਤਨੇ ਵੀ ਕਿਸੇ ਦੀ ਨਹਿਰ ਦੇ ਨਾਲ ਜਾਂ ਨਹਿਰ ਤੋਂ ਪਾਰਲੇ ਪਾਸੇ ਬੰਜਰ ਤੇ ਵਾਧੂ ਧਰਤੀ ਸੀ, ਅਰਦਾਸ ਕਰਵਾਤੀ। ਭਾਅ ਸਸਤੇ ਸਨ, ਜ਼ਮੀਨ ਦੀ ਕਦਰ ਹੈ ਹੀ ਨਹੀਂ ਸੀ, ਬਹੁਤ ਘੱਟ ਸੀ। ਟਿੱਬੇ ਤੇ ਸੁਰਹਾੜ ਵਾਲੀ ਤਾਂ ਲੋਕਾਂ ਨੂੰ ਐਵੇਂ ਵਾਧੂ ਜੀ ਭਾਰੀ ਜਾਪਦੀ ਸੀ। 4 ਵਿੱਗੇ ਜ਼ਮੀਨ ਫਤਿਹ ਸਿੰਘ ਨੰਬਰਦਾਰ ਉਹਨੇ ਵੀ ਦੇ ਦਿੱਤੀ। ਇਸ ਦੇ ਦੋਹਾਂ ਲੜਕਿਆਂ ਇੰਦਰ ਸਿੰਘ ਜੋਗਿੰਦਰ ਸਿੰਘ ਨੇ ਇਸ ਨੂੰ ਪ੍ਰੇਰਿਆ, ਇਸ ਨੇ ਵੀ ਅਰਦਾਸ ਕਰਵਾਤੀ। ਇਸ ਜਗ੍ਹਾ ਹੁਣ ਗੁਰਦੁਆਰਾ ਸਾਹਿਬ ਹੈ। 1 ਬਿੱਗਾ ਭੋਰੇ ਵਾਲੀ ਥਾਂ ਹਾਕਮ ਸਿੰਘ ਸੂਰਮੇ ਦੀ, ਜਿਸ ਨੇ ਆਪਣੀ ਲੜਕੀ ਧਨ ਕੌਰ ਦੇ ਨਾਮ ਲਗਵਾਈ ਹੋਈ ਸੀ, ਉਹ ਵੀ ਪਿਓ ਧੀ ਦੋਨਾਂ ਨੇ ਅਰਦਾਸ ਕਰਵਾਤੀ। ਇੱਥੇ 8 ਬਿੱਗੇ ਕਈ ਘਰਾਂ ਦੀ ਸਾਂਝੀ ਘਣਗਸਾਂ ਪਿੰਡ ਦੀ ਜ਼ਮੀਨ ਸੀ, ਉਹਨਾਂ ਨੇ ਵੀ ਦੇ ਦਿੱਤੀ। ਇਹ ਸਾਰੀ 70-72 ਬਿੱਗੇ ਹੋ ਗਈ, ਜਿਸ ਵਿੱਚ ਕੇਵਲ 8 ਬਿੱਗੇ ਜ਼ਮੀਨ ਘਣਗਸਾਂ ਦੀ, ਹੋਰ ਸਾਰੀ ਕਟਾਰੀ ਨਗਰ ਦੀ ਸੀ। ਸਾਧ ਸੰਗਤ ਜੀ 8 ਬਿੱਗੇ ਜ਼ਮੀਨ ਘਣਗਸਾਂ ਦੀ ਸੀ। ਇਹਦੇ ਵਿੱਚ 70-72 ਬਿੱਗਿਆਂ ਦੇ ਵਿੱਚੋਂ 8 ਬਿੱਗੇ ਘਣਗਸਾਂ ਦੀ, ਹੋਰ ਸਾਰੀ ਕਟਾਰੀ ਦੀ। ਵਾਹ ਕੁਦਰਤ ਦੇ ਰੰਗ, ਧਰਤੀ ਦੀ ਸੁੱਤੀ ਕਿਸਮਤ ਜਾਗ ਪਈ। ਅਸੀਂ ਪੜਿਆ ਸੀ ਨਾ, ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਗੰਧਾ, ਓਏ ਸੇਵਨ ਸਮਰਥ ਆਪਣਾ ਬਿਨ ਸਹਿ ਸਭ ਮੰਦਾ। ਅਸੀਂ ਇਹੀ ਸ਼ਬਦ ਪਹਿਲਾਂ ਪੜ੍ਹ ਕੇ ਵਿਚਾਰ ਆਰੰਭ ਕੀਤੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 319 ਨੰਬਰ ਅੰਗ ਤੇ ਰਾਗ ਗੌੜੀ ਦੇ ਵਿੱਚ ਪੰਚਮ ਪਾਤਸ਼ਾਹ ਜੀ ਵੱਲੋਂ ਇਹ ਮਹਿਮਾ ਸਾਧੂਆਂ ਦੇ ਵਾਸਤੇ ਕੀਤੀ ਗਈ ਹੈ। ਓਏ ਸੇਵਨ ਸਮਰਥ ਆਪਣਾ 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 ਬਿਨ ਸਹਿ ਸਭ ਮੰਦਾ, ਪਤ ਤੇ ਉਦਾਹਰਨ ਪਾਰ ਬ੍ਰਹਮ ਸੰਤ ਵੇਦ ਕਹੰਦਾ। ਭਗਤ ਵਚਲ ਤੇਰਾ ਬਿਰਦ ਹੈ, ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ। ਨਾਨਕ ਜਾਚੈ ਏਕ ਨਾਮ ਮਨ ਤਨ ਪਾਵੰਦਾ। ਇਵੇਂ ਕਿਵੇਂ ਵੱਡੇ ਮਹਾਪੁਰਸ਼ ਰੀਰੂ ਸਾਖੀ ਵਾਲਿਆਂ ਦਾ ਬਚਨ ਸਫਲਾ ਹੋਇਆ ਕਿ ਨਹਿਰ ਦੇ ਕੰਢੇ ਕਟਾਰੀ ਪਿੰਡ ਦੀ ਜੋ ਵਿੱਚ ਕੀਰਤਨ ਦੀਆਂ ਗੂੰਜਾਂ ਪੈਣ ਗਈਆਂ। ਉਸ ਸਮੇਂ ਇਸ ਪਿੰਡ ਨੂੰ ਕੌਣ ਜਾਣਦਾ ਸੀ ਕਿ ਕਦੇ ਇਸ ਰੱਕੜ ਧਰਤੀ ਨੂੰ ਭਾਗ ਲੱਗੇਗਾ, ਜਿੱਥੇ ਹੁਣ ਸੰਗੇ ਮਰਮਰ ਦੀਆਂ ਟੁਕੜੀਆਂ ਤੇ ਸੁਨਹਿਰੀ ਕਲਸ ਦੂਰ ਜਾਂਦੇ ਰਾਹੀਆਂ ਨੂੰ ਸੱਦੇ ਮਾਰ ਮਾਰ ਕੇ। ਸ਼ਾਸਤਰਾਂ ਦਾ ਬਚਨ ਕਦੇ ਝੂਠਾ ਨਹੀਂ ਹੋ ਸਕਦਾ। ਸਾਧੂਣਾ ਦਰਸ਼ਨੰ ਪੁੰਨਯੰ ਤੀਰਥ ਬੁਧਾ ਕੀ ਸਾਧਵੰ, ਤੀਰਥੰ ਫਲਤੀ ਕਾਨੇ ਕਾਲੇਨ। ਸਦਾ ਸਾਧੂ ਸਮਾਗਮ ਹੈ, ਸੰਤਾਂ ਦਾ ਦਰਸ਼ਨ ਪੁੰਨੇ ਪੁਰਸ਼ਾਂ ਨਹੀਂ ਹੁੰਦਾ, ਪਾਪੀਆਂ ਨੂੰ ਨਹੀਂ ਹੁੰਦਾ।
ਜਿਤਨੇ ਵੀ ਭੂਤਕਾਲ ਦੇ ਤੀਰਥ ਹਨ, ਸੰਤਾਂ ਨੇ ਹੀ ਆਪਣੇ ਚਰਨ ਪਾ ਕੇ ਉਹਨਾਂ ਨੂੰ ਪ੍ਰਗਟ ਕੀਤਾ ਹੈ, ਅਥਵਾ ਸਾਧੂ ਆਪ ਵੀ ਇੱਕ ਤੁਰੇ ਫਿਰਦੇ ਤੀਰਥ ਹਨ। ਤੀਰਥ ਤਾਂ ਕੁਝ ਸਮਾਂ ਪਾ ਕੇ ਪੁਰਬ ਸਮੇਂ ਫਲ ਦਿੰਦੇ ਹਨ, ਪਰ ਸਾਧੂ ਸਮਾਗਮ ਤੁਰੰਤ ਹੀ ਫਲ ਦੇ ਦਿਆ ਕਰਦੇ ਹਨ। ਇਸੇ ਤਰ੍ਹਾਂ ਕਟਾਰੀ ਪਿੰਡ ਦੇ ਸਾਹਮਣੇ ਨਹਿਰ ਤੋਂ ਪਾਰ ਸਰਦਾਰ ਹਜ਼ੂਰਾ ਸਿੰਘ ਤੇ ਸਰਦਾਰ ਜੀਵਾ ਸਿੰਘ ਦੀ ਹੋਰ ਜ਼ਮੀਨ ਵੀ ਸੀ, ਜਿਸ ਵਿੱਚ ਉਹਨਾਂ ਨੇ 19 ਵਿਗੇ ਹੋਰ ਅਰਦਾਸ ਕਰਵਾਤੀ। ਬਾਅਦ ਵਿੱਚ ਕੁਝ ਆਪ ਛੋਟੇ ਸੰਤ ਜੀ ਮਹਾਰਾਜ ਨੇ 36 ਵਿਗੇ ਭਦੌੜੀਏ ਸਰਦਾਰਾਂ ਤੋਂ ਮੁੱਲ ਲੈ ਲਈ। ਫਿਰ ਕੁਝ ਕੁ ਸਮਾਂ ਪਾ ਕੇ 70 ਵਿਗੇ ਖਟੜਿਆਂ ਵਾਲੇ ਸਰਦਾਰ ਚੰਨਣ ਸਿੰਘ ਦੇ ਨਾਮ ਸੀ, ਜਿਹਦੀਆਂ ਕਲਕੱਤੇ ਗੱਡੀਆਂ ਚਲਦੀਆਂ ਨੇ, ਭਦੌੜੀਏ ਸਰਦਾਰਾਂ ਤੋਂ ਮੁੱਲ ਲੈ ਕੇ ਅਰਦਾਸ ਕਰਵਾ ਦਿੱਤੀ। ਇਹ ਖੂਹ ਤੇ ਜੋ ਸਥਾਨ ਤੋਂ ਬਿਲਾਸਪੁਰ ਵੱਲ 1 ਮੀਲ ਤੇ ਹੈ, 150 ਬਿੱਗੇ ਦੇ ਕਰੀਬ ਹੋ ਗਈ। ਫਿਰ ਇਹ ਜ਼ਮੀਨ ਵੇਚ ਕੇ ਅਸਥਾਨ ਦੇ ਨਾਲ ਹੀ ਸਰਦਾਰ ਗਿਆਨ ਸਿੰਘ ਦੇ ਢੱਕ ਵਾਲੀ ਖਰੀਦ ਲਈ, ਉਸ ਵਿੱਚ ਫਾਰਮ ਬਣਾ ਲਿਆ। ਗੁਰੂ ਕਾ ਲੰਗਰ ਇਉਂ ਜਦੋਂ ਜ਼ਮੀਨ ਦੀ ਅਰਦਾਸ ਹੋ ਗਈ, ਗੁਰੂ ਗ੍ਰੰਥ ਸਾਹਿਬ ਦੇ ਨਾਮ ਰਜਿਸਟਰੀਆਂ ਹੋ ਗਈਆਂ, ਫਿਰ ਪਹਿਲੇ ਸਥਾਨ ਨੂੰ ਬਦਲਣਾ ਸ਼ੁਰੂ ਕਰ ਦਿੱਤਾ। 1936 ਈਸਵੀ ਜੂਨ ਦੇ ਮਹੀਨੇ ਸਭ ਤੋਂ ਪਹਿਲਾਂ ਨਹਿਰ ਵੱਲ ਉੱਚੀ ਥਾਂ ਤੇ ਖੂਹ ਲੱਗਾ, ਜਿਸ ਦੀ ਚਣਾਈ ਖਟੜੇ ਪਿੰਡ ਦੇ ਮਿਸਤਰੀ ਰੂੜ ਸਿੰਘ ਤੇ ਉਹਦੇ ਪੁੱਤਰ ਹਰਚੰਦ ਸਿੰਘ ਨੇ ਕੀਤੀ। ਕਣਗਸਾ ਪਿੰਡ ਦੇ ਝਾਊ ਝਿਓਰ ਤੇ ਲਾਉਣਾ ਇਹਨਾਂ ਨੇ ਲਾਉਣਾ ਕੀਤਾ। ਇਹ ਰਲ ਮਿਲ ਕੇ ਉੱਥੋਂ ਦੇ ਕੰਮ ਕਰਦੇ ਰਹੇ। ਸਰਦਾਰ ਹਜ਼ੂਰਾ ਸਿੰਘ, ਸਰਦਾਰ ਜੀਵਾ ਸਿੰਘ ਤੇ ਹੋਰ ਨਗਰ ਨਿਵਾਸੀ ਪ੍ਰੇਮੀਆਂ ਨੂੰ ਸੇਵਾ ਕਰਦਿਆਂ ਦੇਖ, ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਅਰਦਾਸ ਕਰਵਾਈਆਂ, ਹਾੜੀ ਸੌਣੀ ਫਸਲਾਂ ਆਇਆ ਬਗੈਰ ਕਿਸੇ ਮੰਗ ਉਗਰਾਹੀ ਜਾਂ ਅਪੀਲ ਤੋਂ ਆਪਣੇ ਆਪ ਹੀ ਜਥਾ ਸ਼ਕਤ ਘਰਾਂ ਤੋਂ ਦਾਣੇ ਲਿਆ ਕੇ ਲੰਗਰ ਵਿੱਚ ਪਹੁੰਚਾ ਜਾਂਦੇ। ਇਮਾਰਤਾਂ ਸਮੇਂ ਆਪਣੇ ਹੱਥੀਂ ਸੇਵਾ ਕਰਦੇ। ਨਹਿਰ ਤੋਂ ਰੇਤਾ ਕੱਢਣਾ, ਗੱਡਿਆਂ ਤੇ ਭੱਠਿਆਂ ਚੋਂ ਇੱਟਾਂ ਢੋਣੀਆਂ, ਸ਼ਹਿਰੋਂ ਲੋਹਾ ਸੀਮੈਂਟ ਤੇ ਹੋਰ ਸਾਮਾਨ ਵੀ ਰੇੜੀਆਂ ਜਾਂ ਗੱਡਿਆਂ ਤੇ ਲਿਆ ਦੇਣਾ। ਮਾਈਆਂ ਨੇ ਲੰਗਰ ਦੇ ਬਰਤਨ ਸਾਫ਼ ਕਰਨੇ, ਝਾੜੂ ਦੇਣਾ, ਪ੍ਰਸ਼ਾਦੇ ਪਕਾਉਣੇ, ਘਰਾਂ ਚੋਂ ਲੱਸੀ ਦੀਆਂ ਚਾਟੀਆਂ ਤੇ ਦੁੱਧ ਦਹੀਂ ਲੈ ਕੇ ਆਉਣਾ। ਇਹ ਨਿਮਰਤਾ ਨਾਲ ਸੇਵਾ ਕਰਨ ਵਾਲੇ ਪ੍ਰੇਮੀਆਂ ਦੀਆਂ ਮਨੋਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਤੇ ਮਨ ਨੂੰ ਵੀ ਸ਼ਾਂਤੀ ਮਿਲਦੀ ਦੇਖ ਕੇ ਕਟਾਰੀ ਪਿੰਡ ਦੇ ਮਿਸਤਰੀਆਂ ਅੰਦਰ ਵੀ ਸੇਵਾ ਕਰਨ ਦਾ ਵਲਵਲਾ ਉੱਠਿਆ। ਪਰ ਇਸ ਕੰਮ ਵਾਸਤੇ ਜ਼ਾਲਮ ਗਰੀਬੀ ਇਜਾਜ਼ਤ ਨਹੀਂ ਸੀ ਦੇ ਰਹੀ। ਕਾਫੀ ਦਿਨਾਂ ਦੇ ਵਿਚਾਰ ਉਪਰੰਤ ਇਹਨਾਂ ਦੇ ਨਗਰ ਦੀ ਹੋਰ ਸੰਗਤ ਨਾਲ ਮਿਲ ਕੇ ਹਜ਼ੂਰ ਦਾ ਦੀਦਾਰ ਕੀਤਾ, ਭਾਵਨਾ ਨਾਲ ਮੱਥਾ ਟੇਕਿਆ, ਨੇੜੇ ਹੋ ਕੇ ਸੰਕੋਚਵੇਂ ਮਨ ਅਰਦਾਸ ਅਰਜ਼ ਬੇਨਤੀ ਕੀਤੀ। ਗਰੀਬ ਨਿਵਾਸ ਸਾਡਾ ਵੀ ਸੇਵਾ ਕਰਨ ਦਾ ਬੜਾ ਜੀ ਕਰਦਾ ਹੈ, ਪਰ ਦਲਿੱਦਰ ਨਹੀਂ ਪੇਸ਼ ਜਾਣ ਦਿੰਦਾ। ਜੇਕਰ ਆਪ ਸਾਮਾਨ ਮੰਗਾ ਕੇ ਦੇਵੋ ਤਾਂ ਅਸੀਂ ਇਸ ਵੱਡੇ ਖੂਹ ਦੇ ਵਿੱਚ ਹਲਟ ਬਣਾ ਕੇ ਲਾਉਣ ਦੀ ਹੱਥੀਂ ਸੇਵਾ ਕਰ ਸਕਦੇ ਹਾਂ। ਸੰਤ ਜੀ ਮਹਾਰਾਜ ਮੁਸਕਰਾ ਪਏ ਤੇ ਕਿਹਾ, ਚੰਗਾ ਭਾਈ ਸੰਗੋ ਨਾ, ਇੱਥੇ ਗਰੀਬਾਂ ਦੀ ਮਾਇਆ ਹੀ ਲੱਗਣੀ ਹੈ ਅਤੇ ਅਸੀਂ ਵੀ ਉਹਨਾਂ ਦੀ ਸੇਵਾ ਨੂੰ ਪ੍ਰਵਾਨ ਕਰਨਾ ਹੈ। ਸਤਿਗੁਰਾਂ ਦਾ ਤਾਂ ਵਿਰਦ ਵੀ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਹਨ, ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰ ਸਰਵ ਨਿਧਾਨ ਦਾਨ ਦੇਤ ਹੈ। ਕੋਈ ਗੱਲ ਨਹੀਂ, ਤੁਸੀਂ ਭਾਵਨਾ ਨਾਲ ਸੇਵਾ ਕਰੋ। ਇੱਥੋਂ ਹੀ ਸੰਗਤਾਂ ਨਾਲ ਜਲ ਛਕ ਲਿਆ ਕਰੋ। ਇੱਥੋਂ ਜਲ ਛਕਿਆ ਕਰਨਗੀਆਂ ਸੰਗਤਾਂ ਤੁਹਾਡੇ ਬਣਾਏ ਹੋਏ ਖਰਟ ਦੇ ਨਾਲ ਇਸ਼ਨਾਨ ਪਾਣੀ ਕਰਨਗੀਆਂ। ਗੁਰੂ ਕੇ ਲੰਗਰ ਵਾਸਤੇ ਸਬਜੀ ਭਾਜੀ ਹੋਏਗੀ, ਜਿਸ ਕਰਕੇ ਤੁਹਾਡੀ ਸੇਵਾ ਸਫਲੀ ਹੋ ਜਾਏਗੀ। ਤਿਲ ਤਿਲ
ਤਿਲ ਨਹੀਂ, ਇੱਕ ਤਿਲ ਨਹੀਂ ਪੰਨੇ ਘਾਲੇ। ਉਸ ਸਮੇਂ ਕਨ੍ਹਈਆ ਸਿੰਘ, ਭਾਈ ਹਰੀ ਸਿੰਘ, ਰੌਣਕ ਸਿੰਘ, ਜੈ ਸਿੰਘ, ਇਹਨਾਂ ਚੌਹਾਂ ਨੇ ਸਾਮਾਨ ਆਏ ਤੋਂ ਹਲਟ ਬਣਾ ਕੇ ਬੜੇ ਪ੍ਰੇਮ ਨਾਲ ਲਾਉਣ ਦੀ ਸੇਵਾ ਕੀਤੀ। ਫਿਰ ਲੱਗਦੇ ਹੱਥ ਜੁਲਾਈ ਦੇ ਆਰੰਭ ਵਿੱਚ ਲੰਗਰ ਬਣਾਉਣਾ ਸ਼ੁਰੂ ਕਰਤਾ, ਜਿਸ ਦੇ ਵੱਡੇ 2 ਕਮਰੇ ਗਾਡਰ ਪਾ ਕੇ ਡਾਟਾਂ ਤੇ ਬਣਾਏ, ਜਿਨ੍ਹਾਂ ਦੀ ਚੌੜਾਈ 24 ਫੁੱਟ ਤੇ ਲੰਬਾਈ 36 ਫੁੱਟ ਹੈ। ਇਹਨਾਂ ਵਿੱਚੋਂ ਇੱਕ ਕਮਰਾ ਲੰਗਰ ਤਿਆਰ ਕਰਨ ਵਾਸਤੇ, ਦੂਸਰਾ ਪੰਗਤਾਂ ਲਾ ਕੇ ਵਰਤਾਉਣ ਲਈ ਰੱਖ ਲਿਆ। ਨਾਲ ਹੀ ਵਿਚਕਾਰ 12 ਮੁਰੱਬਾ ਫੁੱਟ ਦੇ ਕਮਰੇ 7 ਫੁੱਟ ਤੇ ਛੱਤ ਦੇ ਕੇ ਉਹਨਾਂ ਨੂੰ ਉੱਪਰ ਸਮਾਨ ਰੱਖਣ ਵਾਸਤੇ ਮਿਆਨੀ ਭਾਵ ਸਟੋਰ ਬਣਾ ਲਿਆ। ਇੱਕ 8 ਫੁੱਟ ਮੁਰੱਬਾ ਆਟੇ ਵਾਲਾ ਸਟੋਰ, ਉਸ ਦੇ ਅੱਗੇ ਬਰਾਂਡਾ ਅਤੇ ਲੰਗਰ ਵਿੱਚ ਜਲ ਵਾਸਤੇ ਇੱਕ ਖੂਹੀ ਲਗਵਾ ਲਈ। ਇਹ ਸਾਰਾ ਕੰਮ ਸਮੇਤ ਲਿਪਾਈ ਅਤੇ ਜੋੜੀਆਂ ਚੜਾ ਕੇ 14 ਦਿਨਾਂ ਚ ਮੁਕੰਮਲ ਕਰ ਦਿੱਤਾ, ਕਿਉਂਕਿ ਪ੍ਰੇਮੀ ਰਾਤ ਨੂੰ ਵੀ ਗੈਸ ਜਗਾ ਕੇ ਸੇਵਾ ਕਰਿਆ ਕਰਦੇ। ਇਸ ਦੇ ਸਾਰੇ ਖਰਚੇ ਦੀ ਸੇਵਾ ਦਫ਼ਤਰੀ ਵਾਲੇ ਸਰਦਾਰ ਗੁਰਦੇਵ ਸਿੰਘ ਅਤੇ ਉਹਦੀ ਭੈਣ ਬੀਬੀ ਕਰਤਾਰ ਕੌਰ, ਇਸ ਦਫ਼ਤਰੀ ਵਾਲੇ ਸਰਦਾਰ ਦੇ ਘਰੋਂ ਜੋ ਸਰਦਾਰਨੀ ਅਵਤਾਰ ਕੌਰ ਦੀ ਭੈਣ ਸੂਰਜ ਕੌਰ, ਇਹਨਾਂ ਤਿੰਨਾਂ ਪ੍ਰੇਮੀਆਂ ਨੇ 1200 ਰੁਪਇਆ ਦਿੱਤਾ। ਭਾ ਸਸਤੇ ਸਨ, ਇਤਨੇ ਕੁ ਨਾਲ ਹੀ ਸਰ ਗਿਆ। ਅੱਜ ਤੁਹਾਡਾ 1200 ਨਾਲ ਚਾਹੇ ਨਾ ਵੀ ਸਰਦਾ ਹੋਵੇ ਭਾਈ। ਬਾਕੀ ਇੱਟਾਂ ਗਾਰਾ ਫੜਾਉਣ ਦੀ ਸੇਵਾ ਸਿੰਘਾਂ ਨੇ ਹੱਥੀਂ ਕੀਤੀ। ਜਿੱਥੇ ਕੋਈ ਸਮਾਨ ਦਾ ਖਰਚ ਪ੍ਰੇਮੀਆਂ ਨੇ ਕੀਤਾ, ਉਥੇ ਗੁਰੂ ਕਾ ਲੰਗਰ ਜਾਣ ਕੇ, ਜਿੱਥੋਂ ਗਰੀਬ ਅਮੀਰ ਤੇ ਜਾਤ ਪਾਤ ਦੇ ਵਿਤਕਰੇ ਤੋਂ ਬਿਨਾਂ ਹਰ ਇੱਕ ਲੋੜਵੰਦ ਨੂੰ ਪ੍ਰਾਣ ਬਚਾਉਣ ਵਾਸਤੇ ਪ੍ਰਸ਼ਾਦਾ ਮਿਲਦਾ, ਉਹ ਅਸਥਾਨ ਦੀ ਸੇਵਾ ਵੀ ਲੱਕੜੀ ਵਾਲੇ ਮਿਸਤਰੀ ਤੇ ਉਸਾਰੀ ਵਾਲੇ ਸਾਰੇ ਰਾਜਾਂ ਨੇ ਬਿਨਾਂ ਪੈਸਿਆਂ ਤੋਂ ਕੀਤੀ। ਸਰਦਾਰ ਕਨ੍ਹਈਆ ਸਿੰਘ, ਸਰਦਾਰ ਹਰੀ ਸਿੰਘ ਦਾ ਪਰਿਵਾਰ ਅੱਜ ਕੱਲ ਹਾਪੜ ਵਿੱਚ ਰਹਿੰਦਾ ਹੈ। ਬੜਾ ਕੰਮ ਵਧਿਆ ਹੈ। ਹਰ ਇੱਕ ਸਾਲ ਸੰਤ ਜੀ ਮਹਾਰਾਜ ਤੋਂ 2 ਮਹੀਨੇ ਇਹਨਾਂ ਦੀ ਭਾਵਨਾ ਤੱਕ ਕੇ ਇੱਥੇ ਠਹਿਰਦੇ ਹਨ। ਯੂਪੀ ਦੇ ਇਲਾਕੇ ਵਿੱਚ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ ਜਾਂਦੇ ਹਨ। ਸਰਦਾਰ ਰੌਣਕ ਸਿੰਘ, ਸਰਦਾਰ ਜੈ ਸਿੰਘ ਦਾ ਪਰਿਵਾਰ ਦੁਰਾਲੇ, ਜੋ ਮੇਰਠ ਤੋਂ 8 ਮੀਲ ਮੁਜ਼ੱਫਰਨਗਰ ਵੱਲ ਦੇ ਪਾਸੇ ਹੈ, ਇਹ ਵੀ ਪਰਮ ਪ੍ਰੀਤਵਾਨ ਹਨ। ਕਈ ਵਾਰ ਹਜ਼ੂਰ ਦੇ ਚਰਨ ਇਹਨਾਂ ਦੇ ਘਰ ਵਿੱਚ ਵੀ ਪਏ। ਸੋ ਸਾਧ ਸੰਗਤ ਜੀ, ਵਿਚਾਰ ਬੜੀ ਲੰਮੀ ਹੈ, ਆਪਾਂ ਸਾਰੇ ਜਾਣਦੇ ਹਾਂ ਕਿ ਜੇਕਰ ਆਪਾਂ ਇਹ 1 ਘੰਟੇ ਵਿੱਚ ਮੁਕਾਉਣ ਦਾ ਯਤਨ ਕਰੀਏ, ਬੜਾ ਮੋਹਾਲ ਕੰਮ ਹੈ। ਇੰਨੀ ਬੇਨਤੀ ਪ੍ਰਵਾਨ ਕਰਨੀ। ਲਾਈਕ ਕਰਿਆ ਕਰੋ, ਸਬਸਕ੍ਰਾਈਬ ਕਰਿਆ ਕਰੋ, ਸ਼ੇਅਰ ਕਰਿਆ ਕਰੋ ਜੀ, ਅਤੇ ਵੱਧ ਤੋਂ ਵੱਧ ਆਪ ਜੀ ਇਸ ਕਥਾ ਨੂੰ ਦੋਸਤ ਮਿੱਤਰ ਭੈਣ ਭਾਈ ਸਾਧ ਸੰਗਤ ਨੂੰ ਭੇਜਿਆ ਕਰੋ। ਜਿਵੇਂ ਅਸੀਂ ਤੁਸੀਂ ਲਾਹਾ ਲੈ ਰਹੇ ਹਾਂ, ਇਵੇਂ ਕਿਵੇਂ ਸਾਰੀਆਂ ਸੰਗਤਾਂ ਲਾਹਾ ਲੈ ਕੇ ਮਹਾਪੁਰਸ਼ਾਂ ਦੇ ਜੀਵਨ ਤੋਂ ਕੋਈ ਸੇਧ ਪ੍ਰਾਪਤ ਕਰਨ। ਜਿਵੇਂ ਉਹਨਾਂ ਨੇ ਨਾਮ ਜਪਿਆ, ਭਜਨ ਬੰਦਗੀ ਕੀਤੀ, ਫਾਂਕੇ ਕੱਟੇ, ਜੰਗਲ ਦੇ ਵਿੱਚ ਮੰਗਲ ਲਗਾ ਦਿੱਤੇ, ਅਸੀਂ ਆਪਣੇ ਘਰਾਂ ਦੇ ਵਿੱਚ ਹੀ ਕੁਝ ਸੁਖ ਸ਼ਾਂਤੀ ਵਰਤਾ ਲਈਏ, ਘਰਾਂ ਦੇ ਵਿੱਚ ਲੜਾਈ ਝਗੜੇ ਬੰਦ ਕਰ ਦਈਏ। ਕੁਝ ਇਸ ਤਰ੍ਹਾਂ ਦਾ ਸਾਡਾ ਵੀ ਜੀਵਨ ਬਣ ਜਾਏ। ਬੋਲਦੇ ਵਿਚਾਰਦਿਆਂ ਗਲਤੀ ਭੁੱਲ ਚੁੱਕ ਮਾਫ, ਦੇਵੋ ਅਸੀਸ, ਬੁਲਾਓ ਫਤਿਹ ਆਖੋ। ਵਾਹਿਗੁਰੂ ਜੀ ਕਾ ਖਾਲਸਾ।